नानक पाद पंकज बंदन पाद पंकज बंदन सिमरो अंगद दुख निकंदन अमरदास गुर हृदय त्यावों गुर हृदय त्यावों श्री गुरु रामदास गुण गावों श्री अर्जन बिघ्नन की नासक बिघ्नन की नासक हर गोबिंद सब सुमत प्रकाशक श्री हर राय नमो कर जूरी नमो कर जूरी गुर हर कृष्ण मनाई बहोरी तेग बहादुर परम कृपाला परम कृपाला श्री गुरु गोबिंद सिंह विशाला श्री गुरु गोबिंद सिंह विशाला तरों तरा पर पुन पुन सीसा पुन पुन सीसा बंदों बार बार जगदीसा बंदों बार बार जगदीसा जिसमें है अमृत ज्ञान है माणिक भगत वैराग श्री गुरु ग्रंथ साहिब उदद बंदों कर अनुराग श्री गुरु शब्द कमाई जना जीते पंच विकार तिन संतन को बंदना सिर चरणन पर तार मुकु चिरै शास्त्र खट पिंग गिरन चढ़ जाई अंध लखै बदरा सुनै जो काल कृपा कराई एकंकारा सतगुरु तिह प्रसाद सच होई वाहिगुरु जी की फतेह विघ्न विनाशन सोई वाहिगुरु जी की फतेह विघ्न विनाशन सोई सतनाम श्री वाहिगुरु साहिब जीओ दोहरा निकट निकट जे ग्राम सबन सुनी सुध कान मंगत गन संगत तबे देत बधाई आन वाहिगुरु जी का खालसा वाहिगुरु जी की फतेह। जुगो जुग अटल शब्दावतार वाली दो जहां मुजस्मे आबे हयात
ਸਮੁੱਚੀ ਲੋਕਾਈ ਦੇ ਸਾਂਝੇ ਰਹਿਬਰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਰੌਣਕ ਅਫਰੋਜ਼ ਸਮੂਹ ਗੁਰ ਰੂਪ ਗੁਰ ਖਾਲਸਾ ਸਾਧ ਸੰਗਤ ਆਪਾਂ ਸਾਰੇ ਹੀ ਮਾਈ ਭਾਈ ਸੰਗਤਾਂ ਅਤਿਅੰਤ ਸੁਭਾਗਸ਼ਾਲੀ ਹਾਂ ਜੋ ਸੰਧਿਆ ਸਮੇਂ ਦੇ ਦੀਵਾਨਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਸਤਿਕਾਰਯੋਗ ਸਾਧ ਸੰਗਤ, ਆਪਾਂ ਚੱਲ ਰਹੇ ਦੀਵਾਨ ਦੇ ਵਿੱਚ ਪਾਵਨ ਬਾਣੀ ਦੇ ਰਸ ਭਿੰਨੇ ਕੀਰਤਨ ਦਾ ਆਨੰਦ ਮਾਣਿਆ। ਹੁਣ ਪਾਵਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਗੁਰ ਇਤਿਹਾਸ ਸਰਵਣ ਕਰਕੇ ਸਤ ਸੰਗ ਦੀਆਂ ਇਹਨਾਂ ਸ਼ੁਭ ਘੜੀਆਂ ਨੂੰ ਸਫਲਿਆਂ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਉਹ ਰਸਨਾ ਨੂੰ ਪਵਿੱਤਰ ਕਰੀਏ। ਮਨ ਤੇ ਬਿਰਤੀਆਂ ਨੂੰ ਇਕਾਗਰ ਕਰਕੇ ਪ੍ਰੇਮ ਅਦਾਇਬ ਦੇ ਸਮੇਤ ਜਪਣਾ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਕਟ ਨਿਕਟ ਜੇ ਗ੍ਰਾਮ ਹੈ ਸਬਨ ਸੁਨੀ ਸੁਧ ਕਾਨ। ਸਤਿਕਾਰਯੋਗ ਸਾਧ ਸੰਗਤ, ਪਾਵਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਕਥਾ ਦੀ ਨਿਰੰਤਰ ਵਿਧ ਦੇ ਅਨੁਕੂਲ ਆਪ ਸੰਗਤ ਨੇ ਪਿਛੇ ਪ੍ਰਸੰਗ ਸਰਵਣ ਕੀਤਾ। ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਮੁੱਚੇ ਪਰਿਵਾਰ ਅਤੇ ਸੰਗਤਾਂ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਬਡਾਲੀ ਨਗਰ ਜਾ ਕਰਕੇ ਕੁਝ ਸਮੇਂ ਵਾਸਤੇ ਵਾਸਾ ਕਰਨਾ ਕੀਤਾ। ਜਦ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਨਗਰ ਸ੍ਰੀ ਗੁਰੂ ਕੀ ਬੰਡਾਲੀ ਉੱਥੇ ਜਾ ਕਰਕੇ ਵਸਣ ਲੱਗ ਗਏ ਤੇ ਵਡਾਲੀ ਨਗਰ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਣਾ ਕੀਤਾ। ਸਤਿਕਾਰਯੋਗ ਬਾਬਾ ਜੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਲ ਸਵਰੂਪ ਦਾ ਦਰਸ਼ਨ ਕਰਨ ਆਏ। ਬਾਬਾ ਜੀ ਸਾਹਿਬ ਬਾਬਾ ਬੁੱਢਾ ਸਾਹਿਬ ਜੀਆਂ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਨਾਮ ਕਰਨ ਕੀਤਾ। ਉਹਨਾਂ ਨੇ ਆਪਣੀ ਰਸਨਾ ਤੋਂ ਬੋਲ ਕਰਕੇ ਇੱਕ ਵਾਰ ਜਦੋਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਮਾਨਯੋਗ ਮਾਤਾ ਗੰਗਾ ਜੀ ਨੂੰ ਵਾਰਸ ਰੂਪ ਬਚਨ ਕੀਤੇ, ਉਦੋਂ ਵੀ ਦੱਸ ਦੇਣਾ ਕੀਤਾ ਸੀ ਵੀ ਉਹਨਾਂ ਦਾ ਨਾਮ ਗੁਰੂ ਹਰਗੋਬਿੰਦ ਹੋਵੇਗਾ। ਫਿਰ ਬਾਬਾ ਬੁੱਢਾ ਸਾਹਿਬ ਜਦ ਗੁਰੂ ਕੀ ਵਡਾਲੀ ਦਰਸ਼ਨ ਕਰਨ ਗਏ, ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਰੱਖ ਕਰਕੇ ਆਂਦਾ ਹਰਗੋਬਿੰਦ ਨਾਮ ਉਹਨਾਂ ਨੇ ਆਪਣੀ ਰਸਨਾ ਤੋਂ ਕਹਿ ਕਰਕੇ ਵੀ ਇਹਨਾਂ ਦਾ ਨਾਮ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਰੱਖਿਆ ਜਾਵੇ। ਇਸ ਪ੍ਰਕਾਰ ਨਾਮ ਰੱਖਣਾ ਕੀਤਾ। ਪਿੱਛੇ ਆਪਾਂ ਸਾਰਾ ਪ੍ਰਸੰਗ ਸਰਵਣ ਕਰਿਆ। ਅੱਗੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਪਾਵਨ ਗ੍ਰੰਥ ਦੀ ਤੀਜੀ ਰਾਸ ਦਾ 6ਵਾਂ ਅੰਸ਼ੂ ਕਥਨ ਕਰਦੇ ਹਨ। ਆਓ ਸਰਵਣ ਕਰੀਏ। ਨਿਕਟ ਨਿਕਟ ਜੇ ਗ੍ਰਾਮ ਹੈ ਸਬਨ ਸੁਨੀ ਸੁਧ ਕਾਨ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਪਾਵਨ ਪ੍ਰਸੰਗ ਕਥਨ ਕਰਦੇ ਨੇ। ਨਿਕਟ ਨਿਕਟ ਜੇ ਗ੍ਰਾਮ ਹੈ ਬਡਾਲੀ ਨਗਰ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਨੇੜੇ ਨੇੜੇ ਜਿੰਨੇ ਪਿੰਡ ਆ, ਉਥੋਂ ਦੇ ਵਸਨੀਕ ਸਾਰੇ ਗੁਰਸਿੱਖਾਂ ਨੇ ਮਾਈ ਭਾਈ ਸੰਗਤਾਂ ਨੇ ਕੰਨਾਂ ਦੇ ਨਾਲ ਖਬਰ ਸਰਵਣ ਕੀਤੀ। ਮੰਗਤ ਗਨ ਸੰਗਤ ਤਬੇ ਦੀਤ ਬਧਾਈ ਆਨ। ਜਦੋਂ ਸਾਰੀਆਂ ਸੰਗਤਾਂ ਨੂੰ ਇਹ ਖਬਰ ਲੱਗ ਗਈ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦੇ ਅਵਤਾਰ ਧਾਰਿਆ, ਸਾਹਿਬਜ਼ਾਦੇ ਦਾ ਆਗਮਨ ਹੋਇਆ ਤੇ ਸਾਰੀਆਂ ਸੰਗਤਾਂ ਫਿਰ ਚੱਲ ਕਰਕੇ ਆਈਆਂ। ਬਹੁਤ ਮੰਗਤੇ ਜਨ ਚੱਲ ਕਰਕੇ ਆਏ ਜੋ ਆ ਕਰਕੇ ਗੁਰੂ ਘਰ ਤੋਂ ਧਨ ਮੰਗਦੇ ਨੇ
ਤੇ ਨਾਲ ਹੀ ਸਾਰੀਆਂ ਸੰਗਤਾਂ ਆ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਤਾਈਂ ਸਾਰੇ ਪਰਿਵਾਰ ਜੀ ਦੇ ਤਾਈਂ ਵਧਾਈਆਂ ਦਿੰਦੇ ਹਨ। ਸਵਈਆ ਛੰਦ ਨਾਚੇ ਹੀਜ ਗਾਏ ਸੁਖ ਰਾਚੇ। ਕਵੀ ਜੀ ਫਰਮਾਉਂਦੇ ਆ ਫਿਰ ਭਾਈ ਜਦੋਂ ਕੋਈ ਖੁਸ਼ੀ ਦਾ ਸਮਾਂ ਹੁੰਦਾ ਨਾ, ਘਰ ਦੇ ਵਿੱਚ ਬਾਲਕ ਦੀ ਆਮਦ ਹੁੰਦੀ ਆ ਜਾਂ ਕੋਈ ਵਿਆਹ ਸ਼ਾਦੀ ਦਾ ਸਮਾਂ ਹੁੰਦਾ, ਉਦੋਂ ਆਪਣੇ ਘਰਾਂ ਦੇ ਵਿੱਚ ਇੱਕ ਰਵਾਇਤ ਹੈ ਵੀ ਇੱਕ ਸੰਸਾਰ ਦੇ ਵਿੱਚ ਇੱਕ ਸ੍ਰੀ ਪਰਮੇਸ਼ਰ ਦੀ ਰਚਨਾ, ਇੱਕ ਪ੍ਰਾਣੀ ਜੋ ਜਿਨ੍ਹਾਂ ਨੂੰ ਹੀਜੜੇ ਆਖਿਆ ਜਾਂਦਾ, ਆਪਾਂ ਪੰਜਾਬੀ 'ਚ ਖੁਸਰੇ ਕਹਿ ਦਿੰਦੇ ਆ ਜਾਂ ਕਿੰਨਰ ਵੀ ਕਹਿ ਦਿੰਦੇ ਆ। ਜਦੋਂ ਹੀਜੜਿਆਂ ਨੂੰ ਵੀ ਕਹਿੰਦੇ, ਖੁਸਰਿਆਂ ਨੂੰ ਵੀ ਖਬਰ ਲੱਗੀ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਸਾਹਿਬਜ਼ਾਦੇ ਦਾ ਅਵਤਾਰ ਹੋਇਆ, ਫਿਰ ਕਹਿੰਦੇ ਹੀਜੜੇ ਗੁਰੂ ਘਰ ਚੱਲ ਕਰਕੇ ਆਏ ਗੁਰੂ ਕੀ ਵਡਾਲੀ, ਤੇ ਆ ਕਰਕੇ ਗੁਰੂ ਘਰ ਜਿਸ ਪ੍ਰਕਾਰ ਉਹਨਾਂ ਦਾ ਸੁਭਾਅ, ਆਪਣੇ ਸੁਭਾਅ ਦੇ ਅਨੁਕੂਲ ਨਾਚ ਗਾਉਣ ਕਰਨ ਲੱਗੇ, ਨੱਚਣ ਲੱਗੇ। ਜਾਚੇ ਤਨ ਮਾਚੇ ਨਿਜ ਖੇਲ। ਬਹੁਤਾ ਨੱਚਦੇ ਆ, ਆਪਣੀਆਂ ਖੇਡਾਂ ਜੀਆਂ ਕਰਦੇ ਆ। ਫਿਰ ਗਰੀਬ ਨਵਾਜ ਸਤਿਗੁਰੂ ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪਾਸੋਂ ਮਨ ਭਾਉਂਦਾ ਧਨ ਮੰਗਦੇ ਹਨ। ਢੋਲਕ ਟਲਕਾ ਘੁੰਗਰੂ ਤਾਲੀ, ਤਾਲ ਮਿਲਾਏ ਭਵਾਲੀ ਮੇਲ। ਨਾਲ ਢੋਲਕ ਵਜਾਉਂਦੇ ਆ, ਫਿਰ ਢੋਲਕ ਟੱਲੀਆਂ ਵੀ ਵਜਾਉਂਦੇ ਆ, ਘੁੰਗਰੂ ਵਜਾਉਂਦੇ ਆ, ਉੱਚੀ ਉੱਚੀ ਤਾੜੀਆਂ ਮਾਰਦੇ ਹਨ। ਹੱਥ ਨ ਪਾਓ ਸਾਰਤ ਸ਼ਾਰਤ ਧਾਰਤ, ਹੱਥ ਨ ਪਾਓ ਉਸਾਰਤ ਸ਼ਾਰਤ ਧਾਰਤ ਵਬ ਡਾਰਤ ਬੋ ਬੋਲ। ਕਬਰਾਜ ਜੀ ਫਰਮਾਉਂਦੇ ਆ ਵੀ ਉਹ ਜਿਹੜੇ ਫਿਰ ਭਾਈ ਹੀ ਜਿਹੜੇ ਚੱਲ ਕੇ ਆਏ ਆ ਨੱਚਣ ਵਾਸਤੇ, ਉਹ ਬਹੁਤੀਆਂ ਕਹਿੰਦੇ ਤਾੜੀਆਂ ਇਤਿਆਦ ਮਾਲ ਮਾਰਦੇ ਆ, ਤਾਲ ਦੇ ਨਾਲ ਤਾਲ ਮਿਲਾ ਕਰਕੇ ਫਿਰ ਉਹ ਭਵਾਲੀਆਂ ਜੀਆਂ ਲੈਂਦੇ ਆ, ਭਾਵ ਘੁੰਮ ਘੁੰਮ ਕੇ ਜੇ ਨੱਚਦੇ ਆ, ਬਹੁਤਾ ਘੁੰਮਦੇ ਜੇ ਆ। ਤੇ ਨਾਲ ਹੀ ਹੱਥ ਨ ਭਾਓ ਸਾਰਤ ਸ਼ਾਰਤ, ਵਾਰਤ ਵਥ ਡਾਰਤ ਬਹੁ ਬੇਲ, ਬਹੁਤੀਆਂ ਬੇਲਾਂ ਜੀਆਂ ਪਾਉਂਦੇ ਆ, ਹੱਥ ਜੀ ਕਹਿੰਦੇ ਹੱਥਾਂ ਨਾਲ ਹਾਵ ਭਾਵ ਕਰਦੇ ਆ, ਇਸ਼ਾਰੇ ਕਰਦੇ ਆ, ਜਿਵੇਂ ਨੱਚਣ ਗਾਉਣ ਵਾਲੇ ਕਰਦੇ ਨਾ, ਕਦੇ ਹੱਥ ਤਾਂ ਨੂੰ ਲੈ ਜਾਂਦੇ, ਕਦੇ ਹੇਠਾਂ ਨੂੰ ਲੈ ਆਉਂਦੇ, ਉਹ ਕਈ ਪ੍ਰਕਾਰ ਦੇ ਫਿਰ ਉਹ ਨਾਟਕ ਚੇਟਕ ਜੇ ਕਰਦੇ ਆ, ਹੱਥਾਂ ਦੇ ਨਾਲ ਉਹ ਹਾਵ ਭਾਵ ਜੇ ਕਰ ਕਰਕੇ ਦਿਖਾਉਂਦੇ ਆ। ਫਿਰ ਬੇਲਾਂ ਪਾਉਂਦੇ ਆ, ਜਦੋਂ ਧਨ ਦਿੰਦੀ ਆ ਕੋਈ, ਜਿੰਨਾ ਉਹ ਧਨ ਦੇ ਦਿੰਦਾ ਕੋਈ, ਫਿਰ ਉਹਦੇ ਨਾਂ ਦੀਆਂ ਉਹ ਬੇਲਾਂ ਕਰਦੇ ਆ ਵੀ ਫਲਾਣੇ ਦੇ ਨਾਂ ਦੀ ਬੇਲ, ਆਏ ਆਖ ਕੇ ਫਿਰ ਬੇਲਾਂ ਪਾਉਂਦੇ ਹਨ। ਬੈਠਤ ਕਬੂ ਅਮੈਟਤ ਅੰਗਨ, ਭੋ ਅਮੈਟਤ ਪੈਨਤ ਪੀਲ। ਬਹਿ ਜਾਂਦੇ ਆ, ਕਦੇ ਉੱਠਦੇ ਆ, ਉੱਪਰ ਨੂੰ ਹੋ ਜਾਂਦੇ ਆ, ਫਿਰ ਕਦੇ ਅੰਗਾਂ ਨੂੰ ਸਰੀਰ ਨੂੰ ਅਕੜਾਉਂਦੇ ਜੇ ਆ, ਤੇ ਇਸ ਪ੍ਰਕਾਰ ਕਦੇ ਆਪਣੇ ਨੇਤਰਾਂ ਦੇ ਨਾਲ ਇਸ਼ਾਰੇ ਜੇ ਕਰਦੇ ਆ। ਇਸ ਪ੍ਰਕਾਰ ਕਵੀ ਜੀ ਫਰਮਾਉਂਦੇ ਆ ਵੀ ਇੱਕ ਦੂਜੇ ਨੂੰ ਧੱਕੇ ਜੇ ਮਾਰ ਮਾਰ ਕੇ ਫਿਰ ਅੱਗੇ ਵੱਧ ਕੇ ਹੋ ਕਰਕੇ ਜਿਹੜਾ ਪਹਿਲਾਂ ਨੱਚਦਾ ਉਹਨੂੰ ਪਰਾਂ ਕਰਕੇ ਫਿਰ ਇੱਕ ਹੋਰ ਅੱਗੇ ਆਉਂਦਾ ਉਹ ਨੱਚਦਾ। ਇਸ ਪ੍ਰਕਾਰ ਦੇ ਬਹੁਤੇ ਹਾਵ ਭਾਵ ਜੇ ਕਰਦੇ ਹਨ। ਹੋਤ ਪ੍ਰਸੰਨ ਹੀਰ ਗੁਰ ਅਰਜਨ, ਮਨ ਬਾਚਤ ਤਨ ਪਾਏ ਸੁਜਾਏ। ਸ਼ਾਂਤੀ ਦੇ ਪੁੰਜ, ਸ਼ਾਂਤੀ ਦੇ ਮੁਜਸਮੇ ਸਰੂਪ, ਗਿਆਨ ਵੈਰਾਗ ਔਰ ਪ੍ਰੇਮ ਦਾ ਪੁੰਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਨਮੁਖ ਗੁਰਤਾ ਸਿੰਘਾਸਨਾ ਤੇ ਸ਼ੋਭਨੀਕ ਆ। ਇਹ ਦੁਨਿਆਵੀ ਭਾਈ ਜਿਹੜੇ ਨਾਟਕ ਚੇਟਕ ਆ, ਗੁਰਮਤ ਦੇ ਅਨੁਕੂਲ, ਗੁਰੂ ਘਰ ਦੀ ਮਰਿਆਦਾ ਦੇ ਅਨੁਕੂਲ, ਇਹਨਾਂ ਦਾ ਗੁਰਮੁਖ ਜਨਾਂ ਨਾਲ ਕੋਈ ਸੰਬੰਧ ਨਹੀਂ ਹੈ। ਗਰੀਬ ਨਵਾਜ ਸਤਿਗੁਰਾਂ ਦਾ ਇਹ ਨਾਟਕ ਚੇਟਕ ਸਨਮੁਖ ਕਰ ਰਹੇ ਆ, ਦੁਨਿਆਈ ਦੀ ਮਰਿਆਦਾ ਸਨਮੁਖ ਸਤਿਗੁਰੂ ਜੀ ਬੈਠੇ ਆ ਸ਼ਾਂਤੀ ਧਾਰ ਕਰਕੇ, ਤੇ ਇਹਨਾਂ ਨੇ ਮੂੰਹੋਂ ਮੰਗਿਆ, ਜਿੰਨਾ ਧਨ ਮੰਗਿਆ ਗਰੀਬ ਨਵਾਜ ਸਤਿਗੁਰਾਂ ਨੇ ਫਿਰ ਉਹ ਧਨ ਬਖਸ਼ ਦੇਣਾ ਕੀਤਾ। ਤੇ ਉਹ ਧਨ ਲੈ ਕਰਕੇ ਫਿਰ ਇਹ ਜਿਹੜੇ ਹੀਜੜੇ ਆ ਸਤਿਗੁਰਾਂ ਪਾਸੋਂ ਗਰੀਬ ਨਵਾਜ ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਭਾਉਂਦਾ ਧਨ ਲੈ ਕਰਕੇ ਬਹੁਤੇ ਪ੍ਰਸੰਨ ਹੁੰਦੇ ਹਨ। ਇਤਿਆਦਿਕ ਉਤਸਵ ਅਤ ਬਰਦਤ, ਸੇਵਕ ਸਿੱਖ ਰਹੇ ਹਰ ਖਾਏ। ਪ੍ਰਕਾਰ ਜੀ ਜਦੋਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਹੋਈ ਨਾ, ਸਤਿਗੁਰਾਂ ਨੇ ਜਗਤ ਦੇ ਵਿੱਚ ਅਵਤਾਰ ਧਾਰਿਆ ਤੇ ਗੁਰੂ ਕੇ ਸਿੱਖਾਂ ਦੇ ਚਿੱਤਾਂ ਦੇ ਵਿੱਚ ਬਹੁਤਾ ਚਾਉ ਹੈ
ਰੋਜ਼ਾਨਾ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਕੋਈ ਨਾ ਕੋਈ ਉਤਸਵ ਹੁੰਦਾ ਹੈ। ਸਿੱਖਾਂ ਦੇ ਚਿੱਤ ਦੇ ਵਿੱਚ ਬਹੁਤਾ ਚਾਅ ਵਧਿਆ ਹੋਇਆ, ਉਤਸ਼ਾਹ ਵਧਿਆ ਹੋਇਆ ਹੈ। ਜਿਤ ਕਿਤ ਪੂਰਨ ਮੋਦਮਾ ਚਿਤ ਗਾਏ ਸ਼ਬਦ ਪਦ ਗੁਰੂ ਮਨਾਏ। ਗੁਰੂ ਕੇ ਸਿੱਖ ਸੇਵਕ ਸਾਰੇ ਬਹੁਤੇ ਖੁਸ਼ ਹੋ ਰਹੇ ਆ। ਜਿਤ ਕਿਤ ਜਿੱਥੇ ਕਿਥੇ ਸਾਰੇ ਪਾਸੇ ਗੁਰੂ ਕੇ ਸਿੱਖਾਂ ਦੇ ਵਿੱਚ ਚਿੱਤਾਂ ਦੇ ਵਿੱਚ ਬਹੁਤੀ ਪ੍ਰਸੰਨਤਾ, ਬਹੁਤਾ ਚਾਅ। ਗੁਰੂ ਕੇ ਸਿੱਖ ਗੁਰੂ ਕੇ ਸ਼ਬਦ ਗਾਉਂਦੇ ਆ ਖੁਸ਼ੀ ਦੇ ਵਿੱਚ। ਸਿੱਖਾਂ ਦਾ ਸੁਭਾਅ ਵੀ ਜਦੋਂ ਸਿੱਖਾਂ ਦੇ ਘਰ ਦਾ ਕੋਈ ਖੁਸ਼ੀ ਦਾ ਗੁਰਮਤ ਅਨੁਕੂਲ ਕੋਈ ਕਾਰਜ ਹੁੰਦਾ ਫਿਰ ਗੁਰੂ ਕੇ ਸਿੱਖ ਸ਼ਬਦ ਗਾਉਂਦੇ ਆ ਤੇ ਸ਼ਬਦ ਗਾ ਕਰਕੇ ਮੀਰੀ ਪੀਰੀ ਦੇ ਮਾਲਕ ਦੇ ਆਗਮਨ ਪੁਰਬ, ਆਗਮਨ ਦੀ ਖੁਸ਼ੀ ਦੇ ਵਿੱਚ ਗੁਰੂ ਕੇ ਸਿੱਖ ਸ਼ਬਦ ਗਾ ਕੇ ਬਹੁਤੀਆਂ ਖੁਸ਼ੀਆਂ ਮਨਾਉਂਦੇ ਆ। ਹਰ ਥਾਂ ਹਰ ਨਗਰਾਂ ਦੇ ਵਿੱਚ ਜਿੱਥੇ ਜਿੱਥੇ ਸੰਗਤਾਂ ਨੂੰ ਪਤਾ ਲੱਗਿਆ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਛੇਵੇਂ ਸਤਿਗੁਰਾਂ ਨੇ ਅਵਤਾਰ ਧਾਰਿਆ, ਉੱਥੇ ਉੱਥੇ ਗੁਰੂ ਕੇ ਸਿੱਖ ਬਹੁਤੇ ਉਤਸਵ ਮਨਾ ਰਹੇ ਆ, ਬਹੁਤੀਆਂ ਖੁਸ਼ੀਆਂ ਮਨਾ ਰਹੇ ਹਨ। ਬਹੁ ਨਰ ਨਾਰ ਸ਼ਿੰਗਾਰ ਧਾਰ ਕਰ ਮਿਲੇ ਵਡਾਲੀ ਮੈਂ ਸਮੁਦਾਏ। ਸਾਰੀਆਂ ਹੀ ਸਿੱਖ ਸੰਗਤਾਂ ਦੇ ਵਿੱਚੋਂ ਮਾਈਆਂ ਬੀਬੀਆਂ ਬਹੁਤੇ ਸੁੰਦਰ ਵਸਤਰ ਪਹਿਨ ਕਰਕੇ ਫਿਰ ਉਹ ਆ ਕਰਕੇ ਵਡਾਲੀ ਨਗਰ ਚੱਲ ਕਰਕੇ ਆਉਂਦੀਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਗ੍ਰਾਮ ਅਲਪ ਉਤਸਵ ਅਤ ਬਰ ਦਿਓ ਚਹੂ ਕੋਦ ਬੋ ਮੋਦ ਬਿਥਰਾਏ। ਕਵੀ ਜੀ ਫਰਮਾਉਂਦੇ ਆ ਵੀ ਵਡਾਲੀ ਨਗਰ ਤੇ ਛੋਟਾ ਜਿਹਾ ਹੀ ਨਗਰ ਹੈ, ਨਗਰ ਤੇ ਛੋਟਾ ਜਿਹਾ ਹੀ ਹੈ, ਪਰ ਉੱਥੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ ਫਿਰ ਉੱਥੇ ਖੁਸ਼ੀਆਂ ਬਹੁਤ ਵੱਧ ਗਈਆਂ। ਇੰਜ ਮੰਨ ਲੈਣਾ ਕਰੋ ਵੀ ਚਾਰੇ ਪਾਸਿਓਂ ਕਹਿੰਦੇ ਵੀ ਜਿਹੜੀਆਂ ਖੁਸ਼ੀਆਂ ਨਾ ਬਹੁਤੀਆਂ ਉਛਲ ਰਹੀਆਂ, ਬਹੁਤੀਆਂ ਵੱਧ ਗਈਆਂ ਹਨ, ਐਸਾ ਵਿਸਥਾਰ ਹੋ ਗਿਆ। ਗ੍ਰਾਮ ਨਗਰ ਮੈਂ ਸੁਨ ਸਿੱਖ ਸੇਵਕ ਮਿਲ ਮਿਲ ਕਰੇ ਮੰਗਲਾਚਾਰ। ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਵੇਂ ਜਿਵੇਂ ਖਬਰ ਪਤਾ ਲੱਗ ਰਹੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ, ਪੰਜਵੇਂ ਨਾਨਕ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਸਾਹਿਬਜ਼ਾਦੇ ਦਾ ਅਵਤਾਰ ਹੋਇਆ, ਜਿਵੇਂ ਜਿਵੇਂ ਸਿੱਖਾਂ ਨੂੰ ਇਹ ਖਬਰ ਦਾ ਪਤਾ ਲੱਗਦਾ ਨਾ ਉਵੇਂ ਉਵੇਂ ਗੁਰੂ ਕੇ ਸਿੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤੀਆਂ ਆਪਸ ਦੇ ਵਿੱਚ ਮਿਲ ਮਿਲ ਕੇ ਖੁਸ਼ੀਆਂ ਮਨਾਉਂਦੇ ਹਨ। ਪ੍ਰਿਥੀਏ ਕੀ ਦਾਸੀ ਸੁਨ ਧਾਈ ਕੀਨਸ ਕਰਮੋ ਨਿਕਟੇ ਉਚਾਰ। ਪ੍ਰਿਥੀਆ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੱਡੇ ਭਰਾਤਾ ਦਾ ਨਾਮ ਹੈ, ਜੋ ਗਰੀਬ ਨਵਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਚਿੱਤ ਕਰਕੇ ਦਵੈਸ਼ ਭਾਵ ਰੱਖਦਾ ਸੀ। ਗੁਰਤਾ ਗੱਦੀ ਨੂੰ ਲੈਣ ਕਰਕੇ ਉਹਦੇ ਚਿੱਤ ਦੇ ਵਿੱਚ ਗੁਰਤਾ ਗੱਦੀ ਦਾ ਧਨ ਦਾ ਲੋਭ ਸੀ। ਗੁਰਤਾ ਗੱਦੀ ਕਰਮਾ ਕਰਕੇ ਕਿਰਪਾ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪ੍ਰਸੰਨਤਾ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪ੍ਰਾਪਤ ਹੋਈ। ਇਸ ਕਰਕੇ ਪ੍ਰਿਥੀਆ ਚਿੱਤ ਦੇ ਵਿੱਚ ਦਵੈਸ਼ ਭਾਵ ਰੱਖਦਾ ਸੀ। ਉਹਨੇ ਆਪਣੀ ਪਤਨੀ ਕਰਮੋ ਨੂੰ ਇਹ ਕਿਹਾ ਹੋਇਆ ਸੀ, ਕਰਮੋ ਪ੍ਰਿਥੀਏ ਦੀ ਪਤਨੀ ਦਾ ਨਾਮ ਹੈ, ਉਹਦੇ ਤਾਈਂ ਕਹਿ ਰੱਖਿਆ ਸੀ ਵੀ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਇਹਨਾਂ ਦੇ ਘਰ ਕੋਈ ਔਲਾਦ ਨਹੀਂ ਹੈ, ਇਹਨਾਂ ਦੇ ਘਰ ਤੇ ਕੋਈ ਸੰਤਾਨ ਨਹੀਂ ਹੈ, ਇਹਨਾਂ ਗੁਰਤਾ ਗੱਦੀ ਕਿਹਨੂੰ ਦੇਣੀ ਆ? ਸੋ ਮੋੜ ਕੇ ਗੁਰਤਾ ਗੱਦੀ ਆਪਣੇ ਘਰ ਆ ਜਾਣੀ। ਆਪਣੇ ਘਰ ਪੁੱਤਰ ਹੈ, ਉਹਦਾ ਨਾਮ ਹੈ ਮਿਹਰਬਾਨ। ਸੋ ਮਿਹਰਬਾਨ ਨੂੰ ਜਿਹੜੀ ਗੁਰਤਾ ਗੱਦੀ ਮਿਲ ਜੂਗੀ, ਗੱਦੀ ਮੁੜ ਕੇ ਫੇਰ ਆਪਣੇ ਘਰ ਹੀ ਆ ਜਾਣੀ ਹੈ। ਕਰਮੋਂ ਤੂੰ ਚਿੱਤ 'ਚ ਚਿੰਤਾ ਨਾ ਕਰ, ਇਹਨਾਂ ਦੇ ਘਰੇ ਤੇ ਕੋਈ ਔਲਾਦ ਨਹੀਂ ਹੋਣੀ। ਸੋ ਕਰਮੋਂ ਨੇ ਉਦੋਂ ਚਿੱਤ 'ਚ ਇਹ ਵੀ ਆਖ ਦਿੱਤਾ, ਫਿਰ ਬੋਲ ਦਿੱਤਾ ਵੀ ਕਹਿੰਦੀ ਜੇ ਇਹਨਾਂ ਦੇ ਸਮਾਂ ਪਾ ਕੇ ਇਹਨਾਂ ਦੇ ਘਰ ਕੋਈ ਔਲਾਦ ਹੋ ਗਈ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਕੋਈ ਸਾਹਿਬਜ਼ਾਦਾ ਹੋ ਗਿਆ, ਫਿਰ ਕੋਈ ਪ੍ਰਿਥੀਆ ਕਹਿੰਦਾ ਵੀ ਮੈਂ ਸ਼ਰਾਪ ਦਿੰਦਾ, ਐਸਾ ਕਦੇ ਨਹੀਂ ਹੋਊਗਾ। ਇਹਨੇ ਸ਼ਰਾਪ ਵੀ ਆਖ ਦੇਣਾ ਕੀਤਾ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਕਦੇ ਔਲਾਦ ਸੰਤਾਨ ਨਹੀਂ ਹੋਊਗੀ। ਫਿਰ ਇਹ ਗੱਲ ਮਾਨਯੋਗ ਮਾਤਾ ਗੰਗਾ ਜੀ ਨੂੰ ਪਤਾ ਲੱਗੀ, ਚਿੱਤ ਬਹੁਤਾ ਉਦਾਸ ਹੋਇਆ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੱਸਿਆ, ਗਰੀਬ ਨਵਾਜ ਸਤਿਗੁਰਾਂ ਨੇ ਆਪ ਮਾਰਗ ਦਰਸ਼ਨ ਕੀਤਾ। ਫਿਰ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਵਾਸਤੇ ਪ੍ਰੇਰਿਆ, ਉਹਨਾਂ ਤੋਂ ਬਰ ਰੂਪ ਬਚਨ ਲੈਣ ਨੂੰ ਵੀ ਆਖਿਆ। ਫਿਰ ਮਾਨਯੋਗ ਮਾਤਾ ਗੰਗਾ ਜੀ ਆਪ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ, ਆਪ ਹੱਥੀਂ ਦੁੱਧ ਰਿੜਕ ਕਰਕੇ, ਫਿਰ ਨੰਗੇ ਚਰਨੀ ਬਹੁਤੀ ਸੁਚਮਤਾ ਪਵਿੱਤਰਤਾ ਦੇ ਨਾਲ ਆਪ ਸਿਰ ਦੇ ਉੱਪਰ ਪ੍ਰਸ਼ਾਦਾ ਰੱਖ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੀੜ ਬਾਬਾ ਬੁੱਢਾ ਸਾਹਿਬ ਤੱਕ ਪੈਦਲ ਚੱਲ ਕੇ ਗਏ। ਉੱਥੋਂ ਜਾ ਕਰਕੇ ਫਿਰ ਬਰ ਰੂਪ ਬਚਨ ਲੈ ਕੇ ਆਏ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ। ਸੋ ਇਸ ਪ੍ਰਕਾਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ,
ਪ੍ਰਿਥੀਏ ਤੇ ਕਰਮੋਂ ਨੂੰ ਜਾਪਦਾ ਸੀ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੋਵੇਗੀ, ਉਹ ਪੂਰਾ ਜੀਵਨ ਨਿਰਸੰਤਾਨ ਰਹਿਣਗੇ, ਕੋਈ ਸਾਹਿਬਜ਼ਾਦਾ ਨਹੀਂ ਹੋਣਾ ਉਹਨਾਂ ਦਾ। ਗੁਰਤਾ ਗੱਦੀ ਸਾਡੇ ਪੁੱਤਰ ਮਿਹਰਬਾਨ ਨੂੰ ਮਿਲੂਗੀ, ਇਸੇ ਖੁਸ਼ੀ ਦੇ ਵਿੱਚ ਸਨ। ਉਹਨਾਂ ਦੇ ਚਿੱਤ ਦੀ ਐਸੀ ਚਾਹਤ ਸੀ। ਸੋ ਪ੍ਰਿਥੀਏ ਦੇ ਘਰ ਦੇ ਵਿੱਚ ਇੱਕ ਦਾਸੀ, ਇੱਕ ਸੇਵਾਦਾਰਨੀ ਮਾਈ ਕੰਮ ਕਰਦੀ ਸੀ। ਉਹ ਮਾਈ ਜਿਹੜੀ ਦਾਸੀ ਸੀ, ਉਹਨੂੰ ਇਹ ਖਬਰ ਕਿਤੋਂ ਮਿਲ ਗਈ ਨਗਰ ਦੇ ਵਿੱਚੋਂ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚੋਂ ਉਹਨੇ ਸੁਣੀ ਗੱਲ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ, ਬਹੁਤਾ ਸੁੰਦਰ ਸਾਹਿਬਜ਼ਾਦਾ ਹੈ। ਗੁਰ ਅਰਜਨ ਕੀ ਜਨਮਿਓ ਨੰਦਨ, ਜੈ ਕੈ ਹੋਈ ਰਿਓ ਜੈਕਾਰ। ਸੁਣ ਕਰਕੇ ਉਹ ਫਿਰ ਦਾਸੀ ਜਿਹੜੀ ਭੱਜ ਕਰਕੇ ਪ੍ਰਿਥੀਏ ਦੇ ਘਰ ਆਈ, ਉਹਨੇ ਆ ਕਰਕੇ ਕਰਮ ਉਹਨੂੰ ਦੱਸਣਾ ਕੀਤਾ। ਕੀ ਦੱਸਿਆ? ਗੁਰ ਅਰਜਨ ਕੇ ਜਨਮਿਓ ਨੰਦਨ। ਆ ਕੇ ਕਹਿੰਦੀ ਭੈਣ ਕਰਮੋ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ, ਸਾਹਿਬਜ਼ਾਦੇ ਨੇ ਅਵਤਾਰ ਧਾਰਿਆ। ਜੈ ਕੈ ਹੋਈ ਰਿਓ ਜੈਕਾਰ। ਜਿੱਥੇ ਕਿੱਥੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੈ ਜੈਕਾਰ ਹੋ ਰਿਹਾ। ਸੰਗਤਾਂ ਬਹੁਤੇ ਪ੍ਰੇਮ ਦੇ ਨਾਲ ਖੁਸ਼ੀਆਂ ਮਨਾ ਰਹੀਆਂ, ਚਾਅ ਉਤਸ਼ਾਹ ਮਨਾਏ ਜਾ ਰਹੇ ਹਨ। ਗੁਰ ਕੀ ਓਕ ਬਹੀਨ ਰੋਕ ਜੇ, ਕੀਨ ਬਿਲੋਕਨ ਸੋ ਕੈ ਬੈਨ। ਸੋ ਇਸ ਪ੍ਰਕਾਰ ਗੁਰ ਕੇ ਓਕ ਬਹੀਨ ਰੋਕ ਜੇ, ਕੀਨ ਬਿਲੋਕਨ ਸੋ ਕਹਿ ਬੈਨ। ਸੋ ਇਸ ਪ੍ਰਕਾਰ ਕਹਿੰਦੇ ਉਦੋਂ ਜਿਹੜੀ ਇਹ ਕਰਮ ਆ ਨਾ, ਜਦੋਂ ਗੁਰੂ ਘਰ ਦੇ ਕਹਿੰਦੇ ਇਸ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ, ਗੁਰੂ ਦੇ ਘਰ ਬਿਨਾਂ ਰੋਕਦੇ ਦੇਖਿਆ ਹੈ। ਸੋ ਬਚਨ ਕਹਿੰਦੇ ਹਨ, ਗੁਰੂ ਘਰ ਕਹਿੰਦੇ ਦੇਖਣਾ ਕੀਤਾ। ਕਰਮੋ ਆ ਕੇ ਕਰਮੋ ਦੇ ਤਾਈਂ ਦਾਸੀ ਦੱਸਦੀ ਆ ਵੀ ਜਾ ਕੇ ਸੰਗਤ ਨੇ ਦਰਸ਼ਨ ਕੀਤੇ ਆ, ਜਿੰਨੇ ਦਰਸ਼ਨ ਕਰਨ ਜਾਂਦੇ ਆ ਉਹ ਦੱਸਦੇ ਆ ਵੀ ਉੱਥੇ ਕੋਈ ਵੀ ਰੋਕ ਨਹੀਂ, ਕੋਈ ਰੋਕ ਨਹੀਂ ਰਿਹਾ, ਸਾਰੇ ਜਾ ਕੇ ਦਰਸ਼ਨ ਕਰ ਰਹੇ ਹਨ। ਮੰਦਰ ਕੇ ਅੰਦਰ ਸਿਸ ਸੁੰਦਰ, ਦੇਖਤ ਰਹੀ ਨਾ ਤ੍ਰਿਪਤੀ ਨੈਣ। ਜਿਨ੍ਹਾਂ ਨੇ ਜਾ ਕਰਕੇ ਸੰਗਤਾਂ ਨੇ ਦਰਸ਼ਨ ਕੀਤੇ ਆ, ਕਹਿੰਦੀ ਮੈਂ ਉਹਨਾਂ ਤੋਂ ਸੁਣ ਕੇ ਆਈਆਂ ਵੀ ਗੁਰੂ ਕੀ ਵਡਾਲੀ ਸੋਹਣੇ ਘਰ ਦੇ ਵਿੱਚ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੋਹਣੇ ਘਰ ਦੇ ਵਿੱਚ ਇੱਕ ਬਹੁਤ ਸੁੰਦਰ ਸਿਸ ਬਾਲਕ ਨੂੰ ਕਹਿੰਦੇ ਆ, ਬਾਲਕ ਰੂਪ ਦੇ ਵਿੱਚ ਆ ਗੁਰੂ ਹਰਗੋਬਿੰਦ ਸਾਹਿਬ ਜੋ ਬਹੁਤੇ ਸੁੰਦਰ ਆ, ਜਿਨ੍ਹਾਂ ਦਾ ਮੁਖ ਬਹੁਤਾ ਸੁੰਦਰ ਹੈ ਤੇ ਜਿਨ੍ਹਾਂ ਨੂੰ ਦੇਖ ਕਰਕੇ ਨੇਤਰਾਂ ਨੂੰ ਰੱਜ ਨਹੀਂ ਆਉਂਦਾ, ਭਾਵ ਚਿੱਤ ਕਰਦਾ ਵੀ ਉਹਨਾਂ ਦੇ ਬਾਰ-ਬਾਰ ਦਰਸ਼ਨ ਹੀ ਕਰਦੇ ਰਹੀਏ। ਅਧਿਕ ਸਰਾਹਤ ਰਿਦਾ ਉਮਾਹਤ, ਚਾਹਤ ਚਿਤ ਹਿਤ ਹੈ ਵਿਚਰੇ ਨਾ। ਜਿਨ੍ਹਾਂ ਨੇ ਦਰਸ਼ਨ ਕੀਤੇ ਆ ਉਹ ਆਖਦੇ ਆ, ਉਹ ਬਹੁਤੀ ਸਿਫਤ ਕਰਦੇ ਆ, ਉਹਨਾਂ ਦੇ ਹਿਰਦਿਆਂ ਦੇ ਵਿੱਚ ਬਹੁਤਾ ਉਮਾਹ ਚਾਉ ਹੈ। ਤੇ ਇਸ ਪ੍ਰਕਾਰ ਕਹਿੰਦੇ ਸੰਗਤਾਂ ਆਖਦੀਆਂ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ, ਬਾਲਕ ਸਰੂਪ ਦੇ ਦਰਸ਼ਨ ਕਰਕੇ ਵਿਛੜਨ ਨੂੰ, ਵਾਪਸ ਆਉਣ ਨੂੰ ਚਿੱਤ ਨਹੀਂ ਕਰਦਾ। ਹੋਤੇ ਆਨੰਦ ਬਿਲੰਦ ਬਡਾਲੀ, ਦੇਨ ਲੈਨ ਬੋ ਹੋਏ ਤਿਨ ਐਨ। ਵੀ ਆਨੰਦ ਪੋਥੇ ਤੇ ਬਡਾਲੀ ਨਗਰ ਦੇ ਵਿੱਚ ਤੇ ਬਹੁਤਾ ਆਨੰਦ ਹੈ, ਬਹੁਤੀ ਪ੍ਰਸੰਨਤਾ ਸੰਗਤਾਂ ਦੇ ਚਿੱਤ ਦੇ ਵਿੱਚ, ਤੇ ਸਾਰੀਆਂ ਸੰਗਤਾਂ ਉੱਥੇ ਬਹੁਤਾ ਲੈਣ ਦੇਣ ਕਰ ਰਹੀਆਂ, ਮੰਗ ਤੇ ਬਹੁਤਾ ਜਾ ਕੇ ਧਨ ਲੈ ਰਹੇ ਆ, ਮੰਗ ਰਹੇ ਆ। ਗੁਰੂ ਕੇ ਸਿੱਖ ਬਹੁਤਾ ਧਨ ਦੇ ਕਰਕੇ ਪਟਾਮਾ ਅਰਪਣ ਕਰਕੇ ਦੇ ਰਹੇ ਆ। ਇਸ ਪ੍ਰਕਾਰ ਗੁਰੂ ਘਰ ਤੇ ਧਨ ਕਰਕੇ, ਮਾਇਆ ਕਰਕੇ ਵੀ ਬਹੁਤਾ ਲੈਣ ਦੇਣ ਹੋ ਰਿਹਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ। ਬੋ ਸੰਗਤ ਉਤਸ਼ਾਹਤ ਗਮਨਤ, ਸਦਨ ਗੁਰੂ ਅਰਜਨ ਕੀ ਜਾਏ। ਬਹੁਤੀ ਸੰਗਤ ਬਹੁਤਾ ਚਾਅ ਧਾਰ ਕੇ ਚਿੱਤ ਦੇ ਵਿੱਚ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਜਾ ਰਹੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ। ਦਿਨ ਪ੍ਰਤ ਅਧਿਕ ਪ੍ਰਤਾਪ ਵਦਤ ਤਿਨ, ਅਨਗਨ ਧਨ ਜਸ ਕੋ ਉਪਜਾਏ। ਸੇਵਾਦਾਰਨੀ ਮਾਈ ਕਰਮ ਨੂੰ ਆਖਦੀ ਏ, ਕਹਿੰਦੀ ਭੈਣ ਕਰਮੋ, ਤੁਸੀਂ ਤੇ ਆਖਦੇ ਸੀ ਗੁਰੂ ਅਰਜਨ ਦੇਵ ਸਾਹਿਬ ਨੂੰ ਅੰਮ੍ਰਿਤਸਰ ਤੋਂ ਕੱਢ ਦਿੱਤਾ, ਵੀ ਬਡਾਲੀ ਛੋਟਾ ਜਿਹਾ ਪਿੰਡ ਆ, ਉੱਥੇ ਜਾ ਕੇ ਚਲੇ ਗਏ ਆ, ਵੀ ਉਹਨਾਂ ਦਾ ਪ੍ਰਤਾਪ ਘਟ ਜਾਊਗਾ। ਦੇਖ ਲਓ ਉਹਨਾਂ ਦਾ ਪ੍ਰਤਾਪ ਹੈ ਨਾ ਜਿਹੜਾ ਜਗਤ ਦੇ ਵਿੱਚ ਪ੍ਰਭਤਾ, ਉਹ ਦਿਨ ਪ੍ਰਤ ਦਿਨ ਕਹਿੰਦੀ ਵੱਧਦੀ ਜਾ ਰਹੀ ਹੈ, ਪਹਿਲਾਂ ਨਾਲੋਂ ਹੋਰ ਵੀ ਵੱਧ ਗਈ ਹੈ। ਅਣਗਿਣਤ ਧਨ ਰਜਾਨਾ ਹੀ ਜੋ ਗਿਣਿਆ ਹੀ ਨਹੀਂ ਜਾ ਸਕਦਾ ਉਹਨਾਂ ਦੇ ਘਰ ਦੇ ਵਿੱਚ ਚੱਲ ਕੇ ਆ ਰਿਹਾ। ਜਸ ਕੋ ਉਪਜਾਏ,
ਜਸ ਵਡਿਆਈ ਨੂੰ ਕਹਿੰਦੇ ਆ ਸਾਰੇ ਜਗਤ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਜਿਹੜੀ ਵਡਿਆਈ ਹੈ ਉਹ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਵੱਧ ਗਈ ਹੈ। ਨਿਕਸੇ ਰਾਮਦਾਸਪੁਰ ਜਬ ਤੇ ਭਏ ਨਾ ਘਟ ਐਸ਼ਵਰਜ ਬਧਾਏ। ਜਦੋਂ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਰਾਮਦਾਸਪੁਰ ਭਾਵ ਅੰਮ੍ਰਿਤਸਰ ਸਾਹਿਬ ਤੋਂ ਚਲੇ ਗਏ ਆ, ਵਡਾਲੀ ਵੀ ਚਲੇ ਗਏ ਆ, ਉਦੋਂ ਇੱਥੋਂ ਜਾਣ ਕਰਕੇ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਐਸ਼ਵਰਜ ਦੇ ਵਿੱਚ, ਸੁਖ ਸਾਧਨਾ ਦੇ ਵਿੱਚ, ਧਨ ਸੰਪਤੀ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਈ, ਸਗੋਂ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਤੁਮਰੇ ਨਰ ਕੁਛ ਥੋਰੇ ਆਵੇਂ ਤਹਾਂ ਉਪਾਇਨ ਬੋਤੀ ਆਏ। ਫਿਰ ਆਖਦੀ ਹੈ ਭੈਣ ਕਰਮੋ, ਆ ਤੁਹਾਡੇ ਘਰ ਦੇ ਵਿੱਚ ਭਾਵ ਪ੍ਰਿਥੀਏ ਦੇ ਘਰੇ ਆ ਵੀ ਕੁਝ ਥੋੜੇ ਜਿਹੇ ਲੋਕ, ਥੋੜੀ ਜੀ ਸੰਗਤ ਚੱਲ ਕੇ ਆਉਂਦੀ ਹੈ, ਅਲਪ ਮਾਤਰ ਥੋੜੀਆਂ ਜੀਆਂ ਪਟਾਵਾਂ ਚੜਦੀਆਂ ਹਨ। ਤਹਾਂ ਉਪਾਇਨ ਬੋਤੀ ਆਏ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਤੇ ਬਹੁਤੀਆਂ ਪਟਾਵਾਂ ਚੱਲ ਕੇ ਆਉਂਦੀਆਂ, ਸੰਗਤਾਂ ਪਟਾਵਾਂ ਦੇ ਅਬਾਰ ਲਾ ਦਿੰਦੀਆਂ ਹਨ। ਦਲ ਕੇ ਔਰਿਦ ਦਾਸੀ ਤੇ ਸੁਨ ਕਰ ਮਨੋ ਸਰਪ ਤੇ ਡਸੀ ਦੁਖੰਤ। ਜਦੋਂ ਸੇਵਾਦਾਰਨੀ ਮਾਈ ਪਾਸੋਂ ਇੰਨੀਆਂ ਬਾਤਾਂ ਕਹਿੰਦੇ ਕਰਮੋਂ ਨੇ ਸੁਣ ਲੀਆਂ ਨਾ ਸਾਧ ਸੰਗਤ, ਤੇ ਫਿਰ ਮੰਨ ਲੈਣਾ ਕਰੋ। ਕਵੀ ਜੀ ਕਹਿੰਦੇ ਵੀ ਇੰਨੀਆਂ ਗੱਲਾਂ ਸੁਣ ਕੇ ਕਰਮੋਂ ਦਾ ਇੱਕ ਵਾਰ ਕਹਿੰਦੇ ਹਿਰਦਾ ਫਟ ਗਿਆ, ਵੀ ਇੰਜ ਮੰਨ ਲਓ ਵੀ ਉਹਨੂੰ ਸੱਪ ਨੇ ਡਸ ਲੈਣਾ ਕੀਤਾ। ਪੀਰ ਪਰੀ ਧੀਰ ਉਰ ਹਰ ਕਰ ਹੋਏ ਪੈ ਪੀਤ ਸ਼ਰੀਕ ਬਦੰਤ। ਕਰਮ ਫਿਰ ਉਸ ਸਮੇਂ ਕਹਿੰਦੇ ਵੀ ਉਹਦੇ ਚਿੱਤ ਨੂੰ ਬਹੁਤੀ ਪੀੜਾ ਹੋਈ, ਬਹੁਤਾ ਦੁੱਖ ਹੋਇਆ। ਧੀਰ ਹਰੀ ਹੌਸਲਾ ਹਾਰ ਗਈ, ਆਪਣਾ ਹੌਸਲਾ ਹਾਰ ਕੇ ਭੈ ਭੀਤ ਹੋਏ, ਚਿੱਤ ਦੇ ਵਿੱਚ ਕਹਿੰਦੇ ਡਰ ਜਾ ਧਰ ਲਿਆ। ਇੱਕ ਵਾਰ ਡਰ ਜੇ ਗਈ ਕਰਮੋਂ, ਚਿੱਤ 'ਚ ਸੋਚਦੀ ਹੈ ਵੀ ਸਾਡਾ ਜਿਹੜਾ ਸ਼ਰੀਕ ਹੈ ਗੁਰੂ ਅਰਜਨ ਦੇਵ ਸਾਹਿਬ, ਸਾਡੇ ਸ਼ਰੀਕ ਹੈ ਤੇ ਸਾਡਾ ਸ਼ਰੀਕ ਸਾਡੇ ਨਾਲੋਂ ਬਹੁਤਾ ਅੱਗੇ ਵੱਧ ਗਿਆ। ਬਯੋ ਜਾਤ ਚਿਤ ਚਿੰਤਾ ਸਲਿਤਾ ਖਾਨ ਪਾਨ ਕੁਛ ਤਨਕ ਕਰੰਤ। ਉਸ ਸਮੇਂ ਕਹਿੰਦੇ ਕਰਮੋਂ ਦਾ ਜਿਹੜਾ ਚਿੱਤ ਹੈ ਨਾ, ਉਹ ਚਿੰਤਾ ਰੂਪੀ ਨਦੀ ਦੇ ਵਿੱਚ ਵਹਿਆ ਜਾ ਰਿਹਾ, ਤੇ ਉਹ ਕਹਿੰਦੇ ਕੁਝ ਵੀ ਖਾਣ ਪਾਣ ਰੂਪੀ ਭਾਵ ਕੋਈ ਵੀ ਭੋਜਨ ਪਾਣੀ ਗ੍ਰਹਿਣ ਨਹੀਂ ਕਰ ਰਹੀ। ਐਸੀ ਚਿੰਤਾ ਵੱਧ ਗਈ ਚਿੱਤ ਦੇ ਵਿੱਚ। ਦੁਰਬਲਤਾ ਅੰਗਨ ਭਈ ਸਗਰੇ ਉਸ਼ਨ ਸਾਸ ਬੋ ਬਾਰ ਪਰੰਤ। ਸਰੀਰ ਵੀ ਕਹਿੰਦੇ ਕਮਜ਼ੋਰਾ ਜਿਹਾ ਹੋ ਗਿਆ, ਬਹੁਤਾ ਸਰੀਰ ਦੇ ਵਿੱਚ ਦੁਰਬਲਤਾ ਕਮਜ਼ੋਰੀ ਜੀ ਆ ਗਈ, ਤੇ ਬਹੁਤੇ ਕਹਿੰਦੇ ਔਖੇ ਔਖੇ ਜੇ ਹੌਂਕਿਆ ਜਿਹਾ ਵਰਗੇ ਸਾਹ ਲੈਂਦੀ ਹੈ ਕਰਮੋਂ। ਭਈ ਰਾਤ ਪਤੀ ਆਏ ਸਮੀਪੀ ਮਨ ਸੰਕਟ ਕੋ ਭਨਤ ਕਰਾਲ। ਸੋ ਇਸ ਪ੍ਰਕਾਰ ਫਿਰ ਕਹਿੰਦੇ ਇੰਨੇ ਨੂੰ ਰਾਤ ਪੈ ਗਈ। ਜਦੋਂ ਰਾਤ ਪੈ ਗਈ ਤੇ ਪ੍ਰਿਥੀਆ ਚੱਲ ਕੇ ਘਰ ਆਇਆ, ਤੇ ਜਦੋਂ ਘਰੋਂ ਆ ਕਰਕੇ ਕਰਮੋਂ ਪਾਸ ਬੈਠਾ, ਫਿਰ ਉਹਦੇ ਤਾਈ ਆਪਣੇ ਚਿੱਤ ਦੀ ਸਾਰੀ ਚਿੰਤਾ ਦੱਸਣ ਲੱਗੀ ਹੈ। ਏ ਗੁਰ ਸੁਤ ਤੁਮ ਬਾਕ ਬਖਾਨਿਓ ਸ਼੍ਰੀ ਅਰਜਨ ਕੇ ਹੋਏ ਨਾ ਬਾਲ। ਪ੍ਰਿਥੀਏ ਦੇ ਤਾਈ ਕਰਮੋਂ ਆਖਦੀ ਹੈ, ਹੇ ਗੁਰਸਿਤ, ਸੁਤ ਸੁਤ ਤੋਂ ਭਾਵ ਪੁੱਤਰ ਹੁੰਦਾ, ਗੁਰ ਤੋਂ ਭਾਵ ਵੱਡੇ ਗੁਰੂ, ਭਾਵ ਆਖਦੀ ਹੈ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਪੁੱਤਰ, ਹੇ ਗੁਰੂ ਕੇ ਪੁੱਤਰ। ਪੁਰਾਣੇ ਸਮਿਆਂ ਦੇ ਵਿੱਚ ਬੀਬੀਆਂ ਪਤੀ ਦਾ ਨਾਮ ਨਹੀਂ ਸੀ ਲੈਂਦੀਆਂ ਹੁੰਦੀਆਂ, ਉਹ ਫਿਰ ਕੋਈ ਹੋਰ ਜਿਹੜਾ ਕੋਈ ਉਦਾਹਰਣ ਦੇ ਕਰਕੇ, ਜਿੱਦਾਂ ਮਾਈ ਕਰਮ ਪ੍ਰਿਥੀਏ ਤਾਈ ਗੁਰਸੁਤ ਕਹਿੰਦੀ ਆ ਵੀ ਗੁਰੂ ਕੇ ਪੁੱਤਰ। ਤੂੰ ਤੇ ਆਖਦਾ ਸੀ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਕੋਈ ਬਾਲ ਨਹੀਂ ਹੋਣਾ, ਕੋਈ ਔਲਾਦ ਨਹੀਂ ਹੋਣੀ, ਤੂੰ ਐਸਾ ਬਾਕ ਆਖਦਾ ਸੀ, ਬਚਨ ਕਹਿੰਦਾ ਸੀ ਸਰਾਪ ਰੂਪ। ਅਬ ਜਨਮਿਓ ਸੁੰਦਰ ਸਮ ਚੰਦੇ ਸਗਰੀ ਕਰੇ ਸਰਾਹਨ ਬਾਲ। ਸੋ ਮੈਂ ਸੁਣਿਆ ਕਹਿੰਦੀ ਵੀ ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਸੁੰਦਰ ਬਾਲਕ ਨੇ ਅਵਤਾਰ ਧਾਰਿਆ, ਸੁੰਦਰ ਬਾਲਕ ਜਨਮਿਆ ਜੋ ਚੰਦਰਮਾ ਵਰਗਾ ਸੁੰਦਰਾ, ਜੀ ਦਾ ਮੁਖ ਚੰਦਰਮਾ ਵਰਗਾ ਸੋਹਣਾ, ਜਿਸ ਮੁਖ ਦਾ ਪ੍ਰਕਾਸ਼ ਚੰਦਰਮਾ ਵਰਗਾ, ਤੇ ਜੋ ਚੰਦਰਮਾ ਦੀ ਨਿਆਈ ਸੀਤਲਤਾ ਵੀ ਪ੍ਰਦਾਨ ਕਰਦਾ। ਚੰਦਰਮਾ ਵਰਗਾ ਮੁਖ ਹੈ ਉਸ ਬਾਲਕ ਦਾ ਸੋਹਣਾ, ਤੇ ਸਾਰੀ ਉਸ ਬਾਲਕ ਦੀ ਬਹੁਤੀ ਸਰੋਤਾ ਸਿਫਤ ਕਰਦੇ ਹਨ। ਅਧਿਕ ਉਪਾਇਨ ਚੜੇ ਦਰਬ ਬੋ ਤਿਨ ਦੇ ਮੰਗਤ ਕਈ ਨਿਹਾਲ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਬਹੁਤਾ ਧਨ ਚੜ ਰਿਹਾ, ਬਹੁਤੀਆਂ ਪਟਾਵਾਂ ਸੰਗਤ ਅਰਪਣ ਕਰ ਰਹੀ ਹੈ,
ਤੇ ਗੁਰੂ ਅਰਜਨ ਦੇਵ ਸਾਹਿਬ ਬਹੁਤਾ ਧਨ ਮੰਗਤਿਆਂ ਨੂੰ ਦਾਨ ਦੇ ਵਿੱਚ ਦੇ ਕਰਕੇ ਨਿਹਾਲ ਕਰ ਰਹੇ ਹਨ। ਅਨਿਕ ਰੀਤ ਕੇ ਉਤਸਵ ਹੋਵਤ, ਬਜੇ ਬਧਾਈ ਆਨੰਦ ਵਿਸਾਲ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਤੇ ਬਹੁਤਾ ਆਨੰਦ ਹੈ, ਬਹੁਤੀਆਂ ਸੰਗਤਾਂ ਵਧਾਈਆਂ ਦੇ ਰਹੀਆਂ, ਬਹੁਤੇ ਅਨੇਕਾਂ ਪ੍ਰਕਾਰ ਦੇ ਉਤਸਵ ਕੀਤੇ ਜਾ ਰਹੇ ਆ, ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਜੈ ਕੈ ਸੋ ਜਸ ਬਿਥਾਰਿਓ ਆਪਨੋ, ਜਨਮ ਲਾਭ ਲੀਨਸ ਇਸ ਕਾਲ। ਚਾਰੇ ਪਾਸੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਿੱਥੇ ਕਿਤੇ ਹਰ ਥਾਂ ਤੇ, ਹਰ ਨਗਰ ਦੇ ਵਿੱਚ, ਹਰ ਸ਼ਹਿਰ ਦੇ ਵਿੱਚ, ਹਰ ਥਾਂ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਸ ਬਹੁਤਾ ਫੈਲ ਗਿਆ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣਾ ਬਹੁਤਾ ਜਸ ਫੈਲਾ ਲੈਣਾ ਕੀਤਾ। ਉਹਨਾਂ ਨੇ ਗੁਰੂ ਘਰ ਦੇ ਵਿੱਚ ਜਨਮ ਲੈ ਕਰਕੇ ਵੱਡਾ ਲਾਹਾ ਖੱਟਿਆ, ਲਾਭ ਵੱਧ ਗਿਆ, ਲਾਹਾ ਲੈ ਲੈਣਾ ਕੀਤਾ। ਬਸਿਓ ਗ੍ਰਾਮ ਸੋ ਤੁਮ ਪਿਤ ਕੇ ਪੁਰ, ਤਉ ਨ ਸਮਤਾ ਭੀ ਤਿਸ ਨਾਲ। ਬਸਿਓ ਗ੍ਰਾਮ ਸੋ ਭਾਵ ਗੁਰੂ ਅਰਜਨ ਦੇਵ ਸਾਹਿਬ ਗ੍ਰਾਮ ਪਿੰਡ ਨੂੰ ਕਹਿੰਦੇ ਆ। ਇੱਕ ਛੋਟੇ ਜਿਹੇ ਪਿੰਡ ਬਡਾਲੀ ਪਿੰਡ ਦੇ ਵਿੱਚ ਵੱਸਦੇ ਆ। ਉੱਥੇ ਉਹਨਾਂ ਦੀ ਇੰਨੀ ਜ਼ਿਆਦਾ ਪ੍ਰਭਤਾ, ਇੰਨੀ ਸੰਗਤ ਚੱਲ ਕੇ ਆਉਂਦੀ ਆ, ਇੰਨੀਆਂ ਭਟਾਵਾਂ ਅਰਪਣ ਆਉਂਦੀਆਂ, ਤੇ ਤੂੰ ਇੱਥੇ ਕਹਿੰਦੀ ਪ੍ਰਿਥੀਏ ਦੇ ਤਾਈਂ ਆਖਦੀ ਆ ਵੀ ਤੁਸੀਂ ਤੇ ਜਿਹੜੀ ਗੁਰੂ ਕੀ ਮਹਾਨ ਨਗਰੀ ਆ, ਗੁਰੂ ਘਰ ਆ, ਇੱਥੇ ਰਾਮਦਾਸਪੁਰ ਦੇ ਵਿੱਚ ਵੱਸਦੇ ਹੋ, ਫਿਰ ਵੀ ਤੁਹਾਡੇ ਤੋਂ ਗੁਰੂ ਅਰਜਨ ਦੇਵ ਸਾਹਿਬ ਦੀ ਬਰਾਬਰੀ ਨਹੀਂ ਹੋਈ। ਬਚਨ ਕੂਰ ਪੁਨ ਭਏ ਤੁਮਾਰੇ, ਮੈਂ ਝੂਰਤ ਹੀਰ ਤੇ ਅਸਹਾਲ। ਸੋ ਇਹ ਉਸ ਸਮੇਂ ਫਿਰ ਕਰਮੋਂ ਆਖਦੀ ਐ ਪ੍ਰਿਥੀਏ ਤਾਈ ਵੀ ਤੁਸੀਂ ਤੇ ਕਹਿੰਦੀ ਬਚਨ ਕੀਤੇ ਸੀ, ਤੂੰ ਕਹਿੰਦਾ ਸੀ ਸ਼ਰਾਪ ਰੂਪ ਬਚਨ ਦੇਣਾ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਕੋਈ ਔਲਾਦ ਨਹੀਂ ਹੋਵੇਗੀ, ਲੈ ਤੇਰੇ ਤੇ ਕਹਿੰਦੀ ਬਚਨ ਵੀ ਕੂਰ ਝੂਠੇ ਸਿੱਧ ਹੋ ਗਏ, ਤੇਰੀ ਗੱਲ ਤੇ ਪੂਰੀ ਨਹੀਂ ਹੋਈ। ਇਸ ਕਰਕੇ ਮੇਰੇ ਤੇ ਚਿੱਤ ਨੂੰ ਝੋਰਾ ਜਾ ਲੱਗਿਆ ਹੋਇਆ, ਮੈਂ ਤੇ ਅੰਤਰ ਮਨ ਬਹੁਤਾ ਝੁਰ ਰਹੀ ਹਾਂ, ਝੋਰਾ ਕਰ ਰਹੀ ਹਾਂ। ਪ੍ਰਿਥੀਏ ਪਨਿਓ ਜਥਾ ਸੁਤ ਲੀਨਸ ਗਈ, ਬ੍ਰਿਧ ਟਿਗ ਨਗਨ ਸੁਪਾਏ। ਸੋ ਪ੍ਰਿਥੀਆ ਉਸ ਸਮੇਂ ਫਿਰ ਕਰਮ ਨੂੰ ਹੌਸਲਾ ਦੇਣ ਵਾਸਤੇ ਆਖਦਾ, ਕਹਿੰਦਾ ਕਰਮੋ ਤੈਨੂੰ ਨਹੀਂ ਪਤਾ, ਇਹ ਤੇ ਮੈਂ ਜਾਣਦਾ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪੁੱਤਰ ਕਿਵੇਂ ਪ੍ਰਾਪਤ ਹੋਇਆ, ਕਿਵੇਂ ਉਹਨਾਂ ਦੇ ਘਰ ਜਿਹੜਾ ਸਾਹਿਬਜ਼ਾਦੇ ਦੀ ਆਮਦ ਹੋਈ ਹੈ ਤੇ ਮੈਨੂੰ ਪਤਾ। ਤੇ ਗੰਗਾ ਕਹਿੰਦਾ ਆਪਣੇ ਨੰਗੇ ਮਾਤਾ ਗੰਗਾ ਜੀ ਦੇ ਤਾਈਂ ਆਖਦਾ ਪ੍ਰਿਥੀਆ, ਪ੍ਰਿਥੀਆ ਆਪਣੇ ਮੁਖ ਤੋਂ ਗੰਗਾ ਹੀ ਕਹਿੰਦਾ, ਛੋਟੇ ਭਰਾ ਦੀ ਪਤਨੀ ਕਰਕੇ। ਗੰਗਾ ਕਹਿੰਦਾ ਨੰਗੇ ਪੈਰੀ ਚੱਲ ਕਰਕੇ, ਬੀੜ ਬਾਬਾ ਬੁੱਢਾ ਸਭ ਬ੍ਰਿਧ ਕੇ ਪਾਸ, ਬੁੱਢੇ ਪਾਸ ਚੱਲ ਕੇ ਗਈ। ਦੇਖ ਸੇਵ ਤਿਸਨੇ ਬਰ ਦੀਨਸ, ਜਾਂ ਤੇ ਪੁੱਤਰ ਲਿਓ ਹਰ ਖਾਏ। ਇਸ ਪ੍ਰਕਾਰ ਕਵੀ ਜੀ ਲਿਖਦੇ ਆ, ਨੰਗੇ ਪੈਰੀ ਚੱਲ ਕੇ, ਬਹੁਤੀ ਟਹਿਲ ਸੇਵਾ ਕਰਕੇ, ਹੱਥੀ ਪ੍ਰਸ਼ਾਦਾ ਤਿਆਰ ਕਰਕੇ, ਸਿਰ ਤੇ ਪ੍ਰਸ਼ਾਦਾ ਰੱਖ ਕੇ, ਆਪ ਦੁੱਧ ਰਿੜ ਕਰਕੇ ਫਿਰ ਲੱਸੀ ਬਣਾ ਕੇ, ਮੱਖਣ ਬਣਾ ਕੇ, ਐ ਸਾਰੀ ਸੇਵਾ ਦੇ ਨਾਲ ਆਪ ਫਿਰ ਕਹਿੰਦੇ ਨੰਗੇ ਪੈਰੀ ਚੱਲ ਕੇ ਬੀੜ ਬਾਬਾ ਬੁੱਢਾ ਸਾਹਿਬ ਗਈ। ਮਾਤਾ ਗੰਗਾ ਜੀ ਨੂੰ ਪਾਲਕੀ 'ਚ ਬਿਠਾ ਕੇ ਲਿਜਾਇਆ ਜਾਂਦਾ ਸੀ ਬਹੁਤੇ ਅਦਬ ਦੇ ਨਾਲ। ਕਿਤੇ ਰੱਥ ਦੇ ਉੱਪਰ ਸੇਵਾਦਾਰਨੀਆਂ ਮਾਈਆਂ ਨਾਲ ਜਾਂਦੀਆਂ ਸੀ, ਰੱਥ ਤੇ ਬਿਠਾ ਕੇ ਲੈ ਕੇ ਜਾਂਦੇ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨੂੰਹ ਹੈ ਮਾਤਾ ਗੰਗਾ, ਬਹੁਤਾ ਅਦਬ ਹੈ ਚਾਰੇ ਪਾਸੇ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਿਲ ਹੈ, ਗੁਰੂ ਮਾਤਾ ਕਰਕੇ ਬਹੁਤਾ ਸਤਿਕਾਰ ਹੈ। ਸੋ ਇਸ ਪ੍ਰਕਾਰ ਨੰਗੇ ਪੈਰੀ ਚੱਲ ਕਰਕੇ ਕਹਿੰਦਾ ਵੀ ਮਾਤਾ ਗੰਗਾ ਉੱਥੇ ਜਦੋਂ ਪ੍ਰਿਥੀਆ ਦੱਸਦਾ ਉਹ ਤਾਂ ਨੰਗੇ ਪੈਰੀ ਚੱਲ ਕੇ ਪ੍ਰਸ਼ਾਦਾ ਤਿਆਰ ਕਰਕੇ ਗੰਗਾ ਗਈ ਬੁੱਢਾ ਜੀ ਪਾਸ, ਬਾਬਾ ਬੁੱਢਾ ਸਾਹਿਬ ਪਾਸ, ਤੇ ਉਹ ਸੰਤ ਪੁਰਖ ਹੈ, ਮਹਾਂਪੁਰਖ ਹਨ। ਮੋਏ ਬਾਕ ਨੇ ਝੂਠ ਵਿਚਾਰੋ, ਅਪਰ ਯਤਨ ਤੇ ਕਿਉਂ ਹੋਏ ਨਾ ਪਾਏ। ਸੋ ਸੇਵਾ ਨੂੰ ਦੇਖ ਕਰਕੇ, ਸੇਵਾ ਤੇ ਪ੍ਰਸੀਜ ਕਰਕੇ ਬਾਬਾ ਬੁੱਢਾ ਸਾਹਿਬ ਨੇ ਬਰ ਰੂਪ ਬਚਨ ਆਖਣੇ ਕੀਤੇ। ਇਸ ਕਰਕੇ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੋਈ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਪੁੱਤਰ ਪੈਦਾ ਹੋਇਆ, ਤਾਂ ਇਸੇ ਕਰਕੇ ਉਹ ਬਹੁਤਾ ਹਰਖਾਏ ਖੁਸ਼ ਹੋ ਰਹੇ ਆ। ਮੋਹੇ ਬਾਕ ਨਹਿ ਝੂਠ ਵਿਚਾਰਹੁ, ਪ੍ਰਿਥੀਆ ਕਰਮ ਨੂੰ ਹੌਸਲਾ ਦੇਣ ਵਾਸਤੇ ਕਹਿੰਦਾ ਤੂੰ ਮੇਰੇ ਬਚਨਾਂ ਨੂੰ ਝੂਠੇ ਨਾ ਜਾਣਨਾ ਕਰ। ਅਪਰ ਯਤਨ ਤੇ ਕਿਉਂ ਹੋ ਨਾ ਪਾਏ। ਇਹ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਲ ਦੇ ਦੇਣਾ ਕੀਤਾ, ਤਾਂ ਕਰਕੇ ਉਹਨਾਂ ਦੇ ਘਰ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ। ਨਹੀਂ ਹੋਰ ਜਿੰਨੇ ਮਰਜ਼ੀ ਯਤਨ ਕਰ ਲੈਣੇ ਕਰਦੇ,
ਮੇਰਾ ਬਚਨ ਕਰਮ ਝੂਠਾ ਨਹੀਂ ਹੁੰਦਾ। ਸ਼੍ਰੀ ਨਾਨਕ ਸੇਵਕ ਨੇ ਦੀਨੋ ਜਿਸ ਕੋ ਕੋਏ ਨਾ ਸਕੇ ਮਿਟਾਏ। ਬਾਬਾ ਬੁੱਢਾ ਸਾਹਿਬ ਜੀ ਤੇ ਪ੍ਰਿਥੀਆ ਵੀ ਸ਼ਰਧਾ ਰੱਖਦਾ ਸੀ। ਫਿਰ ਉਦੋਂ ਪ੍ਰਿਥੀਆ ਆਖਦਾ, ਕਹਿੰਦਾ ਵੀ ਇਹ ਤੇ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਸੇਵਾਦਾਰ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਪਨ ਤੋਂ ਲੈ ਕੇ 12 ਸਾਲ ਦੀ ਉਮਰਾਂ ਤੋਂ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਸੇਵਕ ਹੈ। 12 ਸਾਲਾਂ ਦੀ ਉਮਰਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਮਿਲਾਪ ਹੋਇਆ ਸੀ। ਸੋ ਇਸ ਕਰਕੇ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੇਵਕ ਹੈ। ਉਹਨਾਂ ਦੇ ਬਚਨ ਅਟਲ ਹੈ। ਇੱਕ ਸਾਧ ਬਚਨ ਅਟਲਾਦਾ, ਗੁਰਮੁਖ ਪੁਰਸ਼ਾਂ ਦੇ ਬਚਨ ਅਟਲ ਹੁੰਦੇ ਆ। ਉਹਨਾਂ ਨੇ ਬਚਨ ਰੂਪ ਕਹਿ ਕਰਕੇ, ਵਰ ਦੇ ਕਰਕੇ ਬਚਨ ਦੇਣਾ ਕੀਤਾ। ਤੇ ਤਾਂ ਇਸੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਸਾਹਿਬਜ਼ਾਦੇ ਦਾ ਅਵਤਾਰ ਹੋਇਆ। ਨਹੀਂ, ਮੇਰੇ ਬਚਨਾਂ ਨੂੰ ਕਹਿੰਦਾ ਕੋਈ ਵੀ ਜਗਤ ਦੇ ਵਿੱਚ ਮਿਟਾ ਨਹੀਂ ਸਕਦਾ, ਟਾਲ ਨਹੀਂ ਸਕਦਾ। ਵੱਡੇ ਪੁਰਖ ਨਿਜ ਸੇਵਾ ਹੀਰੇ ਵਸਤ ਅਦੇ ਜੋ ਦੇਤ ਕਿਰਪਾਲ। ਸਮਝਾਉਂਦਾ, ਕਹਿੰਦਾ ਕਰਮ ਜਿਹੜੇ ਵੱਡੇ ਪੁਰਖ ਹੁੰਦੇ ਆ ਨਾ, ਬਾਬਾ ਬੁੱਢਾ ਜੀ ਵਰਗੇ ਵੱਡ ਪੁਰਖ, ਮਹਾਪੁਰਖ, ਜਿਨ੍ਹਾਂ ਨੇ ਗੁਰੂ ਕੀ ਸੇਵ ਕਮਾਈ ਆ, ਜਿਨ੍ਹਾਂ ਨੇ ਘਾਲਣਾ ਘਾਲੀ ਆ, ਉਹਨਾਂ ਦੇ ਵਿੱਚ ਐਸੀ ਸਮਰੱਥਾ ਹੁੰਦੀ ਆ ਵੀ ਜੇ ਕੋਈ ਉਹਨਾਂ ਦੀ ਸੇਵਾ ਕਰੇ ਤੇ ਉਹ ਫਿਰ ਸੇਵਾ ਨੂੰ ਵੇਖ ਕਰਕੇ, ਭਾਵ ਨੂੰ ਵੇਖ ਕਰਕੇ ਅਦੇਹ ਵਸਤੂ ਵੀ ਦੇ ਦਿੰਦੇ ਆ। ਜਿਹੜੀ ਅਦੇਹ ਵਸਤੂ ਜਿਹੜੀ ਕਿਤੋਂ ਨਹੀਂ ਨਾ ਪ੍ਰਾਪਤ ਹੋ ਸਕਦੀ, ਜਿਹੜੀ ਦਿੱਤੀ ਨਹੀਂ ਜਾ ਸਕਦੀ, ਉਸ ਵਸਤੂ ਨੂੰ ਅਦੇਹ ਕਹਿੰਦੇ ਆ। ਤੇ ਜੇ ਕੋਈ ਵੱਡ ਪੁਰਖ, ਪੂਰਨ ਪੁਰਖ, ਮਹਾਤਮਾ ਸੇਵਾ ਤੇ ਪ੍ਰਸੀਜ ਜਾਵੇ, ਫਿਰ ਉਹ ਅਦੇਹ ਵਸਤੂ ਵੀ ਦੇ ਦਿੰਦਾ ਹੈ। ਜਗ ਗੁਰ ਨੁਖਾ ਭਗਨ ਤੇ ਗਮਨੀ ਬਿਨ ਪਨਈ ਸਿਰ ਭਾਰ ਉਠਾਲ। ਵੀ ਗੁਰੂ ਕਹਿੰਦਾ, ਮਾਤਾ ਗੰਗਾ ਜੀ ਦੇ ਤਾਈ ਪ੍ਰਿਥੀਆ ਆਖਦਾ, ਜਦੋਂ ਗੁਰੂ ਕੀ ਨੂੰਹ ਹੈ ਮਾਤਾ ਗੰਗਾ, ਉਹ ਨੰਗੇ ਪੈਰੀ ਚੱਲ ਕਰਕੇ, ਗਮਨੀ ਬਿਨ ਪਨਹੀ, ਬਿਨਾ ਪੈਰਾਂ ਚਰਨਾ ਕਮਲਾਂ ਦੇ ਵਿੱਚ ਬਿਨਾ ਜੁੱਤੀ ਪਹਿਨੇ ਤੋਂ, ਭਾਵ ਨੰਗੇ ਚਰਨੀ ਗੁਰੂ ਕੀ ਨੂੰਹ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨੂੰਹ ਮਾਤਾ ਗੰਗਾ ਚੱਲ ਕਰਕੇ ਗਈ। ਉਹ ਵੀ ਸਿਰ ਤੇ ਭਾਰ ਚੁੱਕ ਕਰਕੇ। ਸਕਲ ਟੈਲ ਆਪਣੇ ਕਰ ਕੀਨਸ ਸ਼ਰਮਤ ਪਈ ਹੋਏ ਖੇਦ ਵਿਸਾਲ। ਸਾਰੀ ਸੇਵਾ ਆਪਣੇ ਹੱਥੀ ਕੀਤੀ, ਸਰੀਰ ਦੇ ਉੱਪਰ ਬਹੁਤਾ ਦੁੱਖ ਵੀ ਝੱਲਿਆ, ਥਕਾਵਟ ਵੀ ਆਈ ਸੇਵਾ ਕਰਦੇ ਆ। ਇਸ ਉਪਾਏ ਤੇ ਨੰਦਨ ਪ੍ਰਾਪਤ ਨਾਏ ਤਮਮ ਬਚ ਸਹੇ ਕਰਾਲ। ਐਸਾ ਭਾਰੀ ਯਤਨ ਕੀਤਾ, ਉਪਾਵ ਕੀਤਾ ਗੁਰੂ ਅਰਜਨ ਦੇਵ ਸਾਹਿਬ ਤੇ ਮਾਨਯੋਗ ਮਾਤਾ ਗੰਗਾ ਜੀ ਨੇ। ਇਸ ਉਪਾਵ ਯਤਨ ਕਰਕੇ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ, ਸਾਹਿਬਜ਼ਾਦੇ ਦੀ ਪ੍ਰਾਪਤੀ ਹੋਈ ਹੈ। ਨਹੀਂ ਤੇ ਪ੍ਰਿਥੀਆ ਕਹਿੰਦਾ ਵੀ ਮੇਰੇ ਜਿਹੜੇ ਭਿਆਨਕ ਬਚਨ ਆ ਨਾ, ਸਰਾਪ ਰੂਪ ਬਚਨ ਹੈ, ਕਰਾਲ ਬਹੁਤੇ ਭਿਆਨਕ ਹੈ, ਇਹਨਾਂ ਦਾ ਪ੍ਰਕੋਪ ਉਹਨਾਂ ਨੂੰ ਸਹਾਰਨਾ ਪੈਂਦਾ। ਭਇਓ ਪੁੱਤਰ ਤੋ ਕਿਆ ਅਬ ਹੋਇਓ ਹਿਰਦੇ ਹਮਾਰੇ ਸਲ ਸਮਾਨ। ਫਿਰ ਪ੍ਰਿਥੀਆ ਬਹੁਤੀ ਕਰੂਰ ਜੀ ਮੱਤਦਾ ਤੇ ਪ੍ਰਿਥੀਆ ਕਰਮੋਂ ਤਾਈ ਆਖਦਾ, ਕਹਿੰਦਾ ਵੀ ਫੇਰ ਕੀ ਹੋ ਗਿਆ ਜੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਸਾਹਿਬਜ਼ਾਦਾ ਹੋ ਵੀ ਗਿਆ, ਜੇ ਪੁੱਤਰ ਹੋ ਗਿਆ, ਫਿਰ ਕਿਹੜੀ ਵੱਡੀ ਗੱਲ ਹੋ ਗਈ। ਤੇ ਮੇਰੇ ਹਿਰਦੇ ਦੇ ਵਿੱਚ ਕਹਿੰਦਾ ਬਹੁਤੇ ਸੱਲ ਆ। ਕਹਿੰਦਾ ਵੀ ਇਹ ਗੱਲ ਹੈ ਨਾ ਜਿਹੜੀ ਕਰਮੋਂ, ਇਹ ਮੇਰੇ ਚਿੱਤ ਦੇ ਵਿੱਚ ਬਹੁਤਾ ਇਹਨੇ ਸੱਲ ਸੇਖ ਕਰ ਦਿੱਤਾ, ਸਰਾਖ ਜਾ ਬਹੁਤੀ ਰੜਕ ਰਹੀ ਹੈ। ਨਹੀਂ ਉਖਾਰੇ ਜਾਵਤ ਇਸ ਕੋ ਤਾਵਤ ਉਪਜਿਤ ਕਰਕ ਮਹਾਨ। ਗੁਰੂ ਹਰਗੋਬਿੰਦ ਸਾਹਿਬ ਤੇ ਕਹਿੰਦਾ ਵੀ ਮੇਰੀ ਛਾਤੀ ਦੇ ਵਿੱਚ ਨਾ ਕਰਕ ਕੰਡੇ ਵਾਂਗੂ ਚੁੱਭ ਰਿਹਾ, ਪੀੜਾ ਹੋ ਰਹੀ ਹੈ ਬਹੁਤੀ ਕਾਲਜੇ ਦੇ ਵਿੱਚ। ਤੇ ਜਦੋਂ ਤੱਕ ਮੈਂ ਪਟ ਨਹੀਂ ਦਿੰਦਾ ਇਸ ਕੰਡੇ ਨੂੰ, ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰ ਨਹੀਂ ਨਾ ਦਿੰਦੇ, ਉਦੋਂ ਤੱਕ ਕਹਿੰਦਾ ਵੀ ਮੈਨੂੰ ਚੈਨ ਨਹੀਂ ਆਵੇਗੀ। ਨੀਂਦ ਨਿਸਾਨੈ ਭੋਜਨ ਦਿਨ ਮੈਂ ਚਿੰਤਾ ਬਦੇ ਨਹੀਂ ਇਤਿਆਨ। ਨਾ ਮੈਨੂੰ ਰਾਤ ਨੂੰ ਨੀਂਦ ਆਉਂਦੀ ਆ, ਨਾ ਦਿਨੇ ਕਹਿੰਦਾ ਵੀ ਮੈਂ ਭੋਜਨ ਖਾਣਾ, ਦਿਨ ਵੇਲੇ ਚੈਨ ਆ। ਸਗੋਂ ਚਿੱਤ ਦੇ ਵਿੱਚ ਬਹੁਤੀ ਨਿਰੰਤਰ ਕਹਿੰਦਾ ਚਿੰਤਾ ਵਧੀ ਰਹਿੰਦੀ ਹੈ ਨਿਤਾ ਪ੍ਰਤੀ। ਜਤਨ ਬਨੇ ਜਿਮ ਚਿਤਵਤ ਰਹੋ ਤਿਮ ਕਿਤਕ ਦਿਵਸ ਮੈਂ ਰਹੇ ਸੁਹਾਨ। ਬਸ ਕਰਮੋਂ ਤਾਈ ਆਖਦਾ, ਕਰਮੋਂ ਤੂੰ ਕੋਈ ਯਤਨ ਕਰ, ਕੋਈ ਐਸਾ ਯਤਨ ਕਰ ਵੀ ਚਬਦੇ ਚਿੱਤ ਦੇ ਵਿੱਚ ਵਿਚਾਰਨਾ ਕਰ, ਕੋਈ ਐਸੀ ਯਤਨ, ਕੋਈ ਐਸੀ ਬਿਉਂਤ ਬਣਾ। ਆਪਾਂ ਕੁਝ ਕੁ ਦਿਨਾਂ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ
ਭਾਵ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਿਬਜ਼ਾਦੇ ਨੂੰ ਮਾਰ ਦੇਣਾ ਕਰੀਏ, ਖਤਮ ਕਰ ਦਈਏ। ਜਿਉ ਕਿਉ ਗੁਰਤਾ ਨਿਜ ਕਰ ਰਾਖੇ, ਇਸੇ ਤਠਾਨੇ ਅਨਕੇ ਉਪਾਏ। ਜਿਵੇਂ ਕਿਵੇਂ ਵੀ ਕਰਕੇ ਜਿਹੜੀ ਗੁਰਿਆਈ ਆ ਇਹਨੂੰ ਆਪਾਂ ਆਪਣੇ ਘਰ ਦੇ ਵਿੱਚ ਰੱਖਣਾ, ਇਸ ਵਾਸਤੇ ਕੋਈ ਉਪਾਅ ਯਤਨ ਕਰਨੇ ਕਰੀਏ। ਜਬ ਲੋ ਮਾਤ ਗੋਦ ਮੈਂ ਬਾਲਕ, ਤਬ ਲੋ ਤ੍ਰਿਆ ਜਾਏ ਕੋ ਕਾਏ। ਵੀ ਮੇਰੇ ਚਿੱਤ 'ਚ ਕਹਿੰਦਾ ਐਸੀ ਕੋਈ ਬਿਆੰਤ ਜੀ ਆਈ ਹੈ ਵੀ ਜਦੋਂ ਤੱਕ ਬਾਲਕ ਅਜੇ ਛੋਟਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਲਕ ਸਰੂਪ ਹੈ, ਵੀ ਹਜੇ ਤੇ ਬੱਚਾ ਹੈ, ਕਹਿੰਦਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਾਹਿਬਜ਼ਾਦਾ ਮਾਤਾ ਦੀ ਗੋਦ ਦੇ ਵਿੱਚ ਹੀ ਹੁੰਦਾ। ਕੋਈ ਤ੍ਰਿਆ ਕੋਈ ਇਸਤਰੀ ਜਾਵੇ ਐਸੀ ਜਿਹੜੀ ਜਾ ਕਰਕੇ ਬਾਲਕ ਨੂੰ ਆਪਣੀ ਗੋਦ 'ਚ ਚੱਕ ਕਰਕੇ ਮਾਰ ਦਵੇ, ਕੋਈ ਐਸਾ ਛਲ ਕਰੇ, ਕੋਈ ਧੋਖਾ ਕਰੇ, ਬਾਲਕ ਨੂੰ ਗੋਦ 'ਚ ਚੁੱਕ ਕੇ ਮਾਰ ਦਵੇ। ਜਿਸ ਤਰ੍ਹਾਂ ਦੁਆਪਰ ਯੁੱਗ ਦੇ ਵਿੱਚ ਕੰਸ ਨੇ ਐਸਾ ਕੀਤਾ ਸੀ। ਕੰਸ ਨੇ ਕਹਿੰਦੇ ਵੀ ਇੱਕ ਇਸਤਰੀ ਭੇਜਣੀ ਕੀਤੀ ਸੀ ਜਿਹੜੀ ਗੋਕੁਲ ਚੱਲ ਕਰਕੇ ਆਈ, ਉਹਨੇ ਭਗਵਾਨ ਕ੍ਰਿਸ਼ਨ ਨੂੰ ਕਹਿੰਦੇ ਆਪਣੀ ਗੋਦ ਦੇ ਵਿੱਚ ਲੈ ਕਰਕੇ ਫਿਰ ਛਾਤੀ 'ਚੋਂ ਜ਼ਹਿਰ ਮਲ ਕੇ ਦੁੱਧ ਚੰਗਾਉਣ ਦੇ ਬਹਾਨੇ ਮਾਰਨ ਦਾ ਯਤਨ ਕੀਤਾ ਸੀ। ਐਸੀ ਬਿਆੰਤ ਕਹਿੰਦੇ ਪ੍ਰਿਥੀਏ ਦੇ ਚਿੱਤ 'ਚ ਵੀ ਆ ਗਈ ਵੀ ਜੇ ਕੋਈ ਐਸੀ ਇਸਤਰੀ ਮਿਲ ਜੇ ਜਿਹੜੀ ਕੋਈ ਐਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਵਡਾਲੀ ਚੱਲ ਕੇ ਜਾਵੇ, ਐਸਾ ਕੋਈ ਛਲ ਰਚ ਲੈਣਾ ਕਰੇ, ਕੋਈ ਐਸਾ ਛਲ ਕਰੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਿਬਜ਼ਾਦੇ ਨੂੰ ਆਪਣੀ ਗੋਦ 'ਚ ਚੁੱਕ ਕਰਕੇ ਕੋਈ ਐਸਾ ਛਲ ਜਾ ਕਰਕੇ ਮਾਰ ਦੇਣਾ ਕਰੇ। ਕੁਛ ਚਤਰਾਈ ਸੋ ਕਰ ਪਹੁੰਚੇ, ਕਰੇ ਸੋ ਘਾਤ ਕੋ ਪਾਏ। ਵੀ ਕੋਈ ਬਹੁਤੀ ਚਤਰ ਜੀ ਸੁਭਾਅ ਦੀ ਕੋਈ ਮਾਈ ਕੋਈ ਇਸਤਰੀ ਹੋਵੇ, ਬਹੁਤੀ ਚਲਾਕੀ ਦੇ ਨਾਲ ਜਿਹੜੀ ਵਡਾਲੀ ਜਾਵੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ, ਤੇ ਉੱਥੇ ਦਾ ਜਾਂ ਮੌਕਾ ਜਾਂ ਵਿਚਾਰ ਕਰਕੇ ਐਸਾ ਘਾਤ ਕਰ ਦੇਣਾ ਕਰੇ, ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਲਕ ਸਰੂਪ ਦੇ ਵਿੱਚ ਮਾਰ ਦੇਣਾ ਕਰੇ। ਅਸ ਇਸਤਰੀ ਕੋ ਜਿਤ ਨਿਤ ਰਹੀਏ, ਦਿਓ ਦਰਬ ਤਿਸ ਲੁਭਾਏ। ਸੋ ਇਸ ਪ੍ਰਕਾਰ ਪ੍ਰਿਥੀਆ ਕਰਮੋਂ ਦੇ ਤਾਈ ਆਖਦਾ, ਕਹਿੰਦਾ ਕਰਮੋ ਕੋਈ ਐਸੀ ਇਸਤਰੀ ਖੋਜ, ਕਹਿੰਦਾ ਜਿੱਥੋਂ ਕਿਤੋਂ ਵੀ ਮਿਲਦੀ ਆ, ਐਸੀ ਇਸਤਰੀ ਨੂੰ ਲੱਭਣਾ ਕਰ, ਉਹਦੇ ਮਨ ਨੂੰ ਲੁਭਾਉਣਾ ਕਰ, ਉਹ ਜਿੰਨਾ ਵੀ ਧਨ ਮੰਗੇ ਦੇ ਦੇਣਾ ਕਰ, ਉਹਨੂੰ ਬਹੁਤਾ ਧਨ ਦੇ ਕਰਕੇ ਉਹਦੇ ਚਿੱਤ ਨੂੰ ਲੁਭਾਇਮਾਨ ਕਰ ਲੈ, ਲੋਭ ਚ ਲਿਆ। ਨਿਜਪੁਰ ਮੈਂ ਹੋਏ ਸੋ ਤੈ ਪਹੁੰਚੇ, ਮਿਸ ਕੁਛ ਕਰੇ ਰਹੇ ਤਿਨ ਤਾਮ। ਇਸ ਪ੍ਰਕਾਰ ਕੋਈ ਐਸੀ ਇਸਤਰੀ ਖੋਜ ਵੀ ਜੇ ਆਪਣੇ ਨਗਰ ਭਾਵ ਇਥੋਂ ਅੰਮ੍ਰਿਤਸਰ ਦੇ ਵਿੱਚ ਹੀ ਮਿਲ ਜੇ। ਪੁਰਾਣਿਆਂ ਸਮਿਆਂ ਦੇ ਵਿੱਚ ਐਸੀ ਜਿਹੜੇ ਬਹੁਤੇ ਕਾਰਜ ਸੰਸਾਰ ਦੇ ਵਿੱਚ ਕੀਤੇ ਜਾਂਦੇ ਹੁੰਦੇ ਸੀ, ਆਮ ਹੀ ਐਸੇ ਲੋਕ ਐਸੀਆਂ ਇਸਤਰੀਆਂ ਮਿਲ ਜਾਂਦੀਆਂ ਹੁੰਦੀਆਂ ਸੀ ਜੋ ਬੱਚਿਆਂ ਨੂੰ ਮਾਰ ਦਿੰਦੇ ਹੁੰਦੇ ਸੀ। ਪੁਰਾਣੇ ਸਮਿਆਂ ਦੇ ਵਿੱਚ ਜਦ ਧੀਆਂ ਨੂੰ ਕਹਿੰਦੇ ਮਾਰਿਆ ਜਾਂਦਾ ਹੁੰਦਾ ਸੀ, ਸੋ ਐਸੀਆਂ ਵੀ ਇਸਤਰੀਆਂ ਸੰਸਾਰ ਦੇ ਵਿੱਚ ਹੁੰਦੀਆਂ ਸੀ। ਜਿਸ ਕਿਸੇ ਘਰ ਦੇ ਵਿੱਚ ਕਿਸੇ ਬੇਟੀ ਦਾ ਜਨਮ ਹੋਣਾ, ਕਿਸੇ ਧੀ ਨੇ ਜਨਮ ਲੈਣਾ, ਫਿਰ ਉੱਥੇ ਉਹਨਾਂ ਨੂੰ ਸੱਦਿਆ ਜਾਂਦਾ, ਉੱਥੇ ਚਲੀਆਂ ਜਾਂਦੀਆਂ, ਫਿਰ ਗੋਦ ਦੇ ਵਿੱਚ ਲੈ ਕਰਕੇ ਉਸ ਬੱਚੀ ਨੂੰ, ਤੇ ਫਿਰ ਕਹਿੰਦੇ ਵੀ ਉਹਦੇ ਮੁਖ ਨੂੰ ਗੁੜ ਲਾ ਦਿੰਦੀਆਂ, ਤੇ ਗੁੜ ਲਾ ਕਰਕੇ ਤੇ ਫਿਰ ਉਹ ਬੱਚੇ ਦਾ ਕਹਿੰਦੇ ਗਲ ਦੱਬ ਦਿੰਦੀਆਂ। ਫਿਰ ਨਾਲ ਇਹ ਵੀ ਕਹਿੰਦੀਆਂ ਵੀ ਤੂੰ ਹੁਣ ਦੁਬਾਰਾ ਨਾ ਹੀ ਤੇ ਵੀਰ ਨੂੰ ਭੇਜੀ। ਕੋਈ ਐਸੀ ਸੰਸਾਰ ਦੇ ਵਿੱਚ ਉਦੋਂ ਕੋਈ ਪ੍ਰਥਾ ਹੁੰਦੀ ਸੀ ਪੁਰਾਣੇ ਸਮਿਆਂ ਦੇ ਵਿੱਚ, ਧੀਆਂ ਨੂੰ ਮਾਰਿਆ ਜਾਂਦਾ ਹੁੰਦਾ ਸੀ। ਇਸੇ ਕਰਕੇ ਗੁਰਮਤ ਦੇ ਵਿੱਚ ਕੱਟੜ ਰਹਿਤ ਆ ਵੀ ਜਿਹੜਾ ਕੁੜੀ ਮਾਰ ਆ ਉਹਨੂੰ ਕੁੜੀ ਮਾਰ ਕਹਿੰਦੇ ਆ। ਕੁੜੀ ਮਾਰ ਦੇ ਨਾਲ ਗੁਰੂ ਕੇ ਸਿੱਖ ਨੇ ਕੋਈ ਸੰਬੰਧ ਨਹੀਂ ਰੱਖਣਾ, ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਪੁਰਾਣੇ ਸਮਿਆਂ ਦੇ ਵਿੱਚ ਧੀਆਂ ਦੇ ਜਨਮ ਲੈਣ ਨੂੰ ਜਿਹੜਾ ਮਾੜਾ ਮੰਨਿਆ ਜਾਂਦਾ ਹੁੰਦਾ ਸੀ, ਵੀ ਜੇ ਘਰੇ ਧੀ ਜੰਮ ਪਈ ਤੇ ਕਹਿੰਦੇ ਸੀ ਮਾੜਾ ਹੋ ਗਿਆ। ਸੋ ਇਸ ਪ੍ਰਕਾਰ ਆਮ ਇਹ ਲੋਕ ਉਦੋਂ ਉਸ ਸਮੇਂ ਪਾਏ ਜਾਂਦੇ ਹੁੰਦੇ ਸੀ, ਇਸਤਰੀਆਂ ਪੁਰਸ਼ ਜਿਹੜੇ ਛੋਟੇ ਬੱਚਿਆਂ ਨੂੰ ਮਾਰ ਦਿੰਦੇ ਹੁੰਦੇ ਸੀ। ਐਸੇ ਆਮ ਲੋਕ ਮਿਲ ਜਾਂਦੇ ਹੁੰਦੇ ਸੀ ਬਹੁਤਾਤ ਦੇ ਵਿੱਚ। ਸੋ ਪ੍ਰਿਥੀਆ ਆਖਦਾ ਵੀ ਤੂੰ ਖੋਜਣਾ ਕਰ, ਇੱਥੋਂ ਜੇ ਅੰਮ੍ਰਿਤਸਰ ਦੇ ਵਿੱਚੋਂ ਹੀ ਕੋਈ ਐਸੀ ਇਸਤਰੀ ਮਿਲ ਜੇ ਛਲ ਕਰਨ ਵਾਲੀ, ਜੇ ਬਾਹਰੋਂ ਮਿਲਦੀ ਹੈ ਕੋਈ ਯਤਨ ਕਰਕੇ ਫਿਰ ਬਾਹਰੋਂ ਖੋਜਣਾ ਕਰੋ। ਕਹਿ ਤਿਸ ਗ੍ਰਾਮ ਹੋਏ ਬੁਲਾਵੋ, ਕਰੋ ਲੁਭਾਵਨ ਦੈ ਕਰ ਦਾਮ। ਤੇ ਉਹਨੂੰ ਆਖ ਕਰਕੇ ਆਪਣੇ ਇੱਥੇ ਘਰ ਸੱਦਣਾ ਕਰ, ਆਪਣੇ ਘਰ ਸੱਦ ਅੰਮ੍ਰਿਤਸਰ, ਫਿਰ ਉਹਨੂੰ ਬਹੁਤਾ ਧਨ ਦੇ ਕਰਕੇ, ਬਹੁਤੇ ਪਦਾਰਥ ਦੇ ਕਰਕੇ ਉਹਦੇ ਚਿੱਤ ਨੂੰ ਪਦਾਰਥਾਂ 'ਚ ਲੁਭਾਉਣਾ ਕਰ, ਲਾਲਚ ਦੇਣਾ ਕਰ। ਕਹਿ ਦਾਸੀ ਤਿਸ ਰਹੇ ਸਮੀਪੀ,
ਸੋ ਸੁਖੀ ਨਹੀਂ ਕਰ ਹੈ ਕਾਮ। ਵੀ ਜਾਂ ਕੋਈ ਐਸੀ ਦਾਸੀ ਐਸੀ ਇਸਤਰੀ ਲੱਭ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਸੇਵਾਦਾਰ ਨਹੀਂ ਹੋਵੇ, ਵੀ ਉਹਦੇ ਵਾਸਤੇ ਤੇ ਬਹੁਤਾ ਸੌਖਾ ਕੰਮ ਰੋਜ਼ਾਨਾ ਜਿਹੜੀ ਉਹ ਮਾਈ ਉੱਥੇ ਹੀ ਰਹਿੰਦੀ ਹੋਊਗੀ, ਦਾਸੀ ਕੋਈ ਸੇਵਾ ਕਰਨ ਵਾਲੀ ਗੁਰੂ ਅਰਜਨ ਦੇਵ ਜੀ ਦੇ ਘਰ, ਉਹਦੇ ਵਾਸਤੇ ਤੇ ਸੁਖਾਲਾ ਹੀ ਕੰਮ ਆ, ਰੋਜ਼ਾਨਾ ਹੀ ਉੱਥੇ ਰਹਿੰਦੀ ਹੈ, ਸਾਰਾ ਉਹਨੂੰ ਭੇਤ ਹੈ ਕੋਲ, ਰੋਜ਼ਾਨਾ ਵਿਚਰਨ ਕਰਕੇ ਕਿਸੇ ਨੇ ਸ਼ੱਕ ਵੀ ਨਹੀਂ ਕਰਨਾ। ਤੂੰ ਜਾਂ ਕੋਈ ਐਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਦੀ ਕੋਈ ਸੇਵਾਦਾਰਨੀ ਨੂੰ ਕਿਸੇ ਨੂੰ ਲਾਲਚ ਦੇ ਕਰਕੇ ਪ੍ਰੇਰਨਾ ਕਰ, ਉਹ ਛੇਤੀ ਤੇ ਸੌਖਾ ਕਰ ਦੇਵੇਗੀ। ਖੋਜਤ ਰਹੋ ਆਜ ਤੇ ਤੈਸੀ ਬਾਲਕ ਹਨੇ ਮਿਲੇ ਅਸਬਾਮ। ਸੋ ਅੱਜ ਤੋਂ ਹੀ ਕਹਿਣਾ ਕੋਈ ਐਸੀ ਇਸਤਰੀ ਖੋਜਣੀ ਕਰ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਚੱਲ ਕੇ ਜਾਵੇ ਤੇ ਬਾਲਕ ਸਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰ ਦੇਣਾ ਕਰੇ। ਇਮ ਮਸਲਤ ਕਰ ਹਰਖੀ ਕਰਮੋ ਕਰਮ ਕਰੂਰ ਮੈਂ ਦੁਰਮਤ ਧਾਰ। ਇਸ ਪ੍ਰਕਾਰ ਦੋਨੇ ਦੰਪਤ ਪਤੀ ਪਤਨੀ ਨੇ ਜੀ ਪ੍ਰਿਥੀਏ ਤੇ ਕਰਮੋ ਨੇ ਆਪਸ ਦੇ ਵਿੱਚ ਰਾਤਰੀ ਕਹਿੰਦੇ ਦੋਹਾਂ ਜੀਆਂ ਨੇ ਐਸੀ ਮਸਲਤ ਸਲਾਹ ਕੀਤੀ, ਮਾੜੀ ਸਲਾਹ। ਦੋਨੇ ਜੀਆਂ ਨੇ ਕਹਿੰਦੇ ਦੁਰਮਤ ਭੈੜੀ ਮਤ ਦੇ ਵਿੱਚ ਆਪਣਾ ਚਿੱਤ ਲਾ ਲਿਆ। ਐਸੀ ਦੁਰਮਤ ਸਾਧ ਸੰਗਤ ਪ੍ਰਿਥੀਏ ਨੇ ਚਿੱਤ ਦੇ ਵਿੱਚ ਆਪਣੇ ਸਕੇ ਭਤੀਜੇ ਨੂੰ ਮਾਰਨ ਦੀ ਐਸੀ ਚਿੱਤ ਦੇ ਵਿੱਚ ਠਾਣ ਲਈ ਐਸੀ ਦੁਰਮਤ ਧਾਰ ਲੈਣੀ ਕੀਤੀ। ਤੇ ਸੁਣ ਕਰਕੇ ਕਰਮ ਉਹਦੇ ਚਿੱਤ 'ਚ ਵੀ ਦੁਰਮਤ ਭਰੀ ਹੈ, ਧਨ ਦਾ ਲੋਭ ਐਸਾ। ਇਹ ਲਾਲਚ ਹੈ ਨਾ ਜਿਹੜਾ ਜੀਵ ਨੂੰ ਕੁੱਤੇ ਦੀ ਨਿਆਈ ਕਰ ਦਿੰਦਾ। ਗੁਰਬਾਣੀ ਦੇ ਵਿੱਚ ਸਾਹਿਬ ਜੀ ਨੇ ਲਾਲਚ ਨੂੰ ਕੁੱਤਾ ਆਖਿਆ, ਲੱਭ ਕੁੱਤਾ। ਲਾਲਚ ਜਿਹੜਾ ਨਾ ਇਹ ਬੰਦੇ ਦਾ ਕੁੱਤੇ ਦਾ ਸੁਭਾਅ ਲਾਲਚੀ ਹੁੰਦਾ। ਕੁੱਤੇ ਨੂੰ ਜਿਹੜਾ ਵੀ ਬੁਰਕੀ ਪਾਵੇ ਉਸੇ ਵੱਲ ਨੂੰ ਭੱਜ ਤੁਰਦਾ। ਲਾਲਚੀ ਕੁੱਤੇ ਦਾ ਸੁਭਾਅ ਹੁੰਦਾ। ਇਸੇ ਕਰਕੇ ਸਾਹਿਬ ਨੇ ਲਾਲਚ ਨੂੰ ਕੁੱਤਾ ਆਖ ਦਿੱਤਾ। ਇਹ ਲਾਲਚ ਕੁੱਤਾ ਜੇ ਬੰਦੇ ਦੇ ਚਿੱਤ 'ਚ ਆ ਕੇ ਵਸ ਜੇ ਤੇ ਫਿਰ ਬੰਦੇ ਨੂੰ ਵੀ ਉਹੋ ਜਿਹਾ ਹੀ ਬਣਾ ਦਿੰਦਾ। ਸੋ ਇਹ ਲਾਲਚ ਪ੍ਰਿਥੀਏ ਦੇ ਚਿੱਤ ਦੇ ਵਿੱਚ ਵਸ ਗਿਆ ਤੇ ਫਿਰ ਉਹ ਆਪਣੀਆਂ ਸਾਰੀਆਂ ਚੰਗਿਆਈਆਂ, ਸਾਰੇ ਗੁਣ, ਸਾਰੀਆਂ ਖੂਬੀਆਂ ਭੁੱਲ ਗਿਆ ਵੀ ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੱਡਾ ਸਾਹਿਬਜ਼ਾਦਾ। ਸੰਗਤ ਬੜਾ ਅਦਬ ਕਰਦੀ ਸੀ, ਪ੍ਰਿਥੀਏ ਨੂੰ ਨਮਸਕਾਰਾਂ ਹੁੰਦੀਆਂ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸਾਹਿਬਜ਼ਾਦਾ ਹੋਣ ਕਰਕੇ। ਮਾਤਾ ਭਾਨੀ ਜੀ ਦਾ ਵੱਡਾ ਪੁੱਤਰ, ਪਰ ਚਿੱਤ ਦੇ ਵਿੱਚ ਜਦੋਂ ਲੋਭ ਆ ਕੇ ਵਸ ਜੇ ਨਾ, ਉਗਣ ਵਸ ਜੇ, ਫਿਰ ਸਾਰੀਆਂ ਚੰਗਿਆਈਆਂ ਖਤਮ ਹੋ ਜਾਂਦੀਆਂ, ਸਾਰੇ ਗੁਣ ਇੱਕੋ ਔਗਣ। ਪ੍ਰਿਥੀਏ ਦੇ ਲੋਭ ਨੇ ਉਹਦੇ ਸਾਰੇ ਗੁਣਾਂ ਤੇ ਪਰਦਾ ਪਾ ਦਿੱਤਾ, ਸਾਰੇ ਗੁਣ ਖਤਮ ਕਰ ਦਿੱਤੇ। ਪ੍ਰਿਥੀਏ ਦੇ ਚਿੱਤ 'ਚ ਲਾਲਚ ਦੀ ਲਹਿਰ ਐਸੀ ਵੱਧ ਗਈ ਵੀ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੋ ਰਿਸ਼ਤੇ ਕਰਕੇ ਸਕੇ ਭਰੀ ਦੇ ਭਤੀਜੇ ਸੀ, ਸਕੇ ਭਰਾ ਦਾ ਪੁੱਤ, ਚਿੱਤ ਦੇ ਵਿੱਚ ਬਹੁਤਾ ਚਾਅ ਮਨਾਉਣਾ ਸੀ, ਬਹੁਤੀ ਖੁਸ਼ੀ ਕਰਨੀ ਸੀ। ਪਰ ਪ੍ਰਿਥੀਏ ਨੇ ਵਿਪਰੀਤ ਕੀਤਾ, ਉਹਨੇ ਚਿੱਤ ਦੇ ਵਿੱਚ ਮਾਰਨ ਦੀ ਠਾਣ ਲਈ। ਮਾਰਨਾ ਚਾਹੁੰਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਾਈਂ ਐਸੀ ਮਾੜੀ ਸਲਾਹ ਕਰਕੇ ਐ ਦੋਨੇ ਪਤੀ ਪਤਨੀ ਕਹਿੰਦੇ ਬਹੁਤੇ ਖੁਸ਼ ਹੋਏ। ਅਚਿਓ ਅਸਨ ਬਿਸਰਾਮੇ ਨਿਸਮੈ ਚਿਤ ਮੈਂ ਚਿਤਵਤ ਅਨੇਕ ਪ੍ਰਕਾਰ। ਇਸ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਚਿੱਤ ਦੇ ਵਿੱਚ ਉਹ ਭਾਵ ਯਤਨ ਚਿਤਵਦੇ ਆ ਵੀ ਕਿੱਥੋਂ ਐਸੀ ਇਸਤਰੀ ਲੱਭੀਏ, ਕਿੱਥੋਂ ਭਾਲੀਏ। ਉਦੋਂ ਤੋਂ ਹੀ ਕਰਮੋਂ ਨੇ ਤੇ ਪ੍ਰਿਥੀਏ ਨੇ ਫਿਰ ਯਤਨ ਜੇ ਬਣਾਉਣੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਕਹਿੰਦੇ ਫਿਰ ਉਹਨਾਂ ਰਾਤਰੀ ਦਾ ਭੋਜਨ ਛਕ ਲੈਣਾ ਕੀਤਾ। ਭੋਜਨ ਛਕ ਕੇ ਰਾਤਰੀ ਸਮੇਂ ਵਿਸ਼ਰਾਮ ਕਰਨ ਲੱਗੇ, ਸੌਂ ਗਏ। ਜੈ ਕੈ ਬੁੱਧ ਕੀਨ ਬਿਸਤਾਰਨ ਖੋਜਤ ਮਨ ਕਰ ਤੈਸੀ ਨਾਰ। ਸੋ ਬੁੱਧੀ ਦੇ ਨਾਲ ਬਹੁਤਾ ਵਿਸਤਾਰ ਜਾ ਕਰਕੇ ਬਹੁਤਾ ਸੋਚਣ ਚਿਤਵਣ ਜੇ ਲੱਗ ਗਏ। ਐਸੀ ਇਸਤਰੀ ਨੂੰ ਵੀ ਕਹਿੰਦੇ ਖੋਜਣਾ ਕਰੀਏ, ਮਨ ਕਰਕੇ ਸੋਚਦੇ ਐਸੀ ਇਸਤਰੀ ਕਿੱਥੋਂ ਖੋਜੀਏ, ਕਿੱਥੋਂ ਮਿਲੂਗੀ ਜਿਹੜੀ ਜਾ ਕੇ ਐਸਾ ਘਾਤ ਕਰਨਾ ਕਰੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰ ਦੇਣਾ ਕਰੇ। ਭਈ ਪ੍ਰਭਾਤ ਚਿੰਤ ਗਲਤਾਨੀ ਪ੍ਰਿਆ ਦਾਸੀ ਕੋ ਨਿਕਟ ਹਕਾਰ। ਇਸ ਪ੍ਰਕਾਰ ਫਿਰ ਕਹਿੰਦੇ ਆਏ ਪ੍ਰਭਾਤ ਹੋ ਗਈ, ਅਗਲੇ ਦਿਨ ਦੀ ਸਵੇਰ ਹੋਈ। ਸਵੇਰ ਸਮੇਂ ਦੋਨੇ ਜੀ ਜਾਗੇ। ਸੋ ਜਾਗਦੇ ਹੀ ਫਿਰ ਕਹਿੰਦੇ ਕਰਮੋਂ ਇਸੇ ਚਿੰਤਾ ਦੇ ਵਿੱਚ ਗਲਤਾਨ ਆ, ਉਹਦੇ ਚਿੱਤ ਦੇ ਵਿੱਚ ਇਹੀ ਚਿੰਤਾ ਚੱਲ ਰਹੀ ਆ। ਚਿੰਤਨ ਵਿਚਾਰ ਨੂੰ ਕਹਿੰਦੇ ਐਸੀ ਵਿਚਾਰ ਚੱਲ ਪਈ ਉੱਠਦੀ ਦੇ ਨਹੀਂ। ਬੰਦਾ ਅੰਮ੍ਰਿਤ ਵੇਲੇ ਉੱਠਣ ਸਰ ਗੁਰੂ ਘਰ ਦੇ ਵਿੱਚ ਐਡਾ ਉੱਚਾ ਦਰਜਾ ਸੀ, ਕਰਮੋਂ ਵੀ ਗੁਰੂ ਘਰ ਦੇ ਵਿੱਚ ਉਹਦਾ ਬੜਾ ਵੱਡਾ ਅਹੁਦਾ ਸੀ। ਗੁਰੂ ਰਾਮਦਾਸ ਪਾਤਸ਼ਾਹ ਦੀ ਨੂੰਹ ਹੈ, ਗੁਰੂ ਘਰ ਦੇ ਵਿੱਚ ਆਮਦ ਹੋਈ ਹੈ, ਗੁਰੂ ਘਰ ਆਈ ਹੈ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਸਿੱਖ ਇਸ਼ਨਾਨ ਪਾਨ ਕਰਦਾ, ਬਾਣੀ ਪੜ੍ਹਦਾ, ਭਜਨ ਕਰਦਾ, ਕੀਰਤਨ ਸੁਣਦਾ, ਸਿਮਰਨ ਚ ਚਿੱਤ ਲਾਉਂਦਾ। ਪਰ ਜਦੋਂ ਕਰਮ ਜਾਗੀ ਤੇ ਜਾਗਦੇ ਹੀ ਕਹਿੰਦੇ ਅੰਮ੍ਰਿਤ ਵੇਲੇ ਚਿੱਤ ਦੇ ਵਿੱਚ ਐਸੀ ਚਿੰਤਾ ਜੀ ਚੱਲ ਪਈ, ਵਿਚਾਰ ਚੱਲ ਪਈ।
ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪੁੱਤ ਮਾਰਨਾ। ਐਸੀ ਭੈੜੀ ਚਿੰਤਾ ਜੀ ਚੱਲ ਪਈ ਚਿੱਤ 'ਚ ਉੱਠਦੀ ਦੀ ਕਰਮੋਂ ਦੇ। ਫਿਰ ਉਹਦੀ ਪਿਆਰੀ ਇੱਕ ਜਿਹੜੀ ਦਾਸੀ ਸੀ, ਨੌਕਰ ਸੇਵਾਦਾਰ ਨਹੀਂ ਮਾਈ ਘਰੇ ਰੱਖੀ, ਉਹਨੂੰ ਕਹਿੰਦੇ ਪਾਸ ਸੱਦਣਾ ਕੀਤਾ। ਮਨ ਕੀ ਬ੍ਰਿਥਾ ਉਚਾਰਨ ਕੀਨਸ, ਪੁਰ ਮੈਂ ਤੇ ਤ੍ਰਿਆ ਐਸੀ ਆਨ। ਮਨ ਦੇ ਵਿੱਚ ਵਿਚਾਰ ਕਰਕੇ ਜੇ ਫਿਰ ਉਹ ਜਿਹੜੀ ਮਾਈ ਸੀ ਉਹਦੇ ਨਾਲ ਸਾਰੀਆਂ ਗੱਲਾਂ ਕਰਮੋਂ ਕਰ ਲੈਂਦੀ ਸੀ, ਚਿੱਤ ਦਾ ਦੁੱਖ ਸੁੱਖ ਨਿੰਦਿਆ ਚੁਗਲੀ, ਫਿਰ ਉਹ ਸਾਰੀ ਫਿਰ ਉਹਦੇ ਤਾਈਂ ਉਹਨੂੰ ਆਖਣਾ ਕੀਤਾ ਵਿਚਾਰ ਕਰਕੇ, ਜੇ ਚਿੱਤ ਦੇ ਵਿੱਚੋਂ ਕਹਿੰਦੀ ਕੋਈ ਐਸੀ ਨਗਰ ਦੇ ਵਿੱਚੋਂ ਜਾ ਕੇ ਕੋਈ ਐਸੀ ਇਸਤਰੀ ਖੋਜਣੀ ਕਰ। ਲੇਕਰ ਦਰਬ ਕਾਮ ਇਮਠਾਨੀ, ਸ਼੍ਰੀ ਅਰਜਨ ਕੋ ਨੰਦਨ ਹਾਨ। ਵੀ ਜਿਹੜੀ ਧਨ ਲੈ ਕਰਕੇ ਤੇ ਐਸਾ ਮਾੜਾ ਕਰਮ ਕਰ ਦਵੇ। ਧਨ ਲੈ ਲੈ ਜਿੰਨਾ ਲੈਣਾ ਮਨ ਭਾਉਂਦਾ, ਜਿੰਨੀ ਚਿੱਤ ਦੀ ਇੱਛਾ ਆਪਾਂ ਦੇ ਦੇਣਾ ਕਰਾਂਗੇ, ਪਰ ਧਨ ਲੈ ਕੇ ਮਾੜਾ ਕੰਮ ਕਰੇ। ਵੀ ਗੁਰੂ ਅਰਜਨ ਦੇਵ ਸਾਹਿਬ ਦਾ ਜਿਹੜਾ ਪੁੱਤਰ ਹੈ ਨਾ, ਗੁਰੂ ਹਰਗੋਬਿੰਦ ਸਾਹਿਬ, ਉਹਨੂੰ ਜਾ ਕਰਕੇ ਮਾਰ ਦੇਣਾ ਕਰੇ ਪੈਸੇ ਲੈ ਕੇ। ਤਿਸ ਕੀ ਨਿਤ ਗੁਜ਼ਰਾਨ ਕਰਾਵੇ, ਅਸਨ ਬਸਨ ਦੇ ਸਭ ਸੁਖ ਦਾਨ। ਇਕੱਲਾ ਧਨ ਨਹੀਂ ਦਵਾਂਗੇ, ਨਾਲ ਹੋਰ ਵੀ ਸਹੂਲਤਾਂ ਦਵਾਂਗੇ। ਨਿਤਾ ਪ੍ਰਤ ਉਹਦੇ ਗੁਜ਼ਾਰੇ ਦਾ ਧਿਆਨ ਰੱਖਾਂਗੇ, ਸਰਬ ਪ੍ਰਕਾਰ ਦੇ ਸੁੱਖ ਦਵਾਂਗੇ। ਹੋਰ ਉਹਦੇ ਅਸਨ ਖਾਣ ਦੇ ਨਿਤਾ ਪ੍ਰਤ ਭੋਜਨ ਪਾਣੀ ਦਾ, ਬਸਨ ਪਹਿਨਣ ਨੂੰ ਸੋਹਣੇ ਵਸਤਰ ਕੱਪੜੇ ਵੀ ਦਵਾਂਗੇ। ਸਾਰੇ ਸੁੱਖ ਸਾਧਨ ਦੇਣੇ ਕਰਾਂਗੇ। ਹਿਤ ਕਰ ਨਿਤ ਖੋਜਤ ਰੋ ਚਿਤ ਕਰ, ਏ ਮੇਰੋ ਲਖ ਕਾਜ ਮਹਾਨ। ਕਰਮੋਂ ਆਪਣੀ ਦਾਸੀ ਨੂੰ ਕਹਿੰਦੀ ਵੀ ਇਹ ਮੇਰਾ ਮਹਾਨ ਕੰਮ ਆ, ਬਾਕੀ ਦੇ ਕੰਮ ਛੱਡ ਦੇ, ਮੇਰਾ ਭਲਾ ਜਾਣ ਕਰਕੇ ਬਸ ਤੂੰ ਅੱਜ ਤੋਂ ਇਹ ਕੰਮ ਸ਼ੁਰੂ ਕਰ। ਵੀ ਕੋਈ ਐਸੀ ਇਸਤਰੀ, ਐਸੀ ਦੁਰਮਤ ਵਾਲੀ ਇਸਤਰੀ ਕੋਈ ਖੋਜ ਜਿਹੜੀ ਇਹ ਕੰਮ ਕਰਨ ਨੂੰ ਮਨ ਜਾਣਾ ਕਰੇ, ਕੋਈ ਐਸੀ ਲੱਭ ਲੈਣੀ ਕਰ। ਇਮਦਾਸੀ ਕਰ ਗੋਪ ਬਾਤ ਕੋ, ਸਨੇ ਸਨੇ ਬੂਝਤ ਬਉ ਨਾਰ। ਦਾਸੀ ਨੇ ਇਸ ਗੱਲ ਨੂੰ ਫਿਰ ਗੋਪਨੀਏ ਰੱਖਿਆ, ਗੁਪਤ ਰੱਖ ਲੈਣਾ ਕੀਤਾ। ਕਰਮ ਪ੍ਰਿਥੀਏ ਦੇ ਘਰ ਦਾ ਬੜਾ ਵੱਡਾ ਰਾਜ ਸੀ। ਸੋ ਦਾਸੀ ਸੀ ਜਿਹੜੀ ਨਿਤਾ ਪ੍ਰਤ ਕਰਮੋਂ ਨਾਲ ਬਹੁਤੀ ਮਿੱਤਰਤਾ ਸੀ, ਪ੍ਰੇਮ ਸੀ। ਉਹਨੇ ਸਮਝਾਇਆ ਵੀ ਕਿਸੇ ਨੂੰ ਦੱਸਣਾ ਨਹੀਂ, ਗੁਪਤ ਗੱਲ ਆ, ਗੁਪਤ ਰੱਖਣਾ। ਪਰ ਬੜੇ ਗੁਪਤ ਜੇ ਢੰਗ ਦੇ ਨਾਲ, ਜਿੰਨੀਆਂ ਕਿ ਉਹ ਕਹਿੰਦੇ ਵੀ ਹਰੇਕ ਨਾ ਕਿਤੇ ਹੁੰਦੀ ਆ ਸੰਸਾਰ ਦੇ ਵਿੱਚ, ਸਾਰੇ ਤਰ੍ਹਾਂ ਦੇ ਲੋਕ ਵਿਚਰਦੇ ਆ। ਫਿਰ ਉਹ ਜਿਹੜੀ ਸੇਵਾਦਾਰਨੀ ਦੀ ਜਾਣ ਪਛਾਣ ਸੀ, ਜਿਹਦੋਂ ਜੋ ਉਹਨੂੰ ਲੱਗਦਾ ਸੀ ਵੀ ਆ ਫਲਾਨੀ ਇਸਤਰੀ ਆ ਜਿਹੜੀ ਐਸਾ ਕਾਰਜ ਕਰ ਦੂ ਧਨ ਦੇ ਲਾਲਚ ਕਰਕੇ, ਫਿਰ ਉਹ ਜਾ ਕਰਕੇ ਫਿਰ ਸਭ ਦੇ ਤਾਈਂ ਕਹਿੰਦੇ ਗੁਪਤ ਜੇ ਢੰਗ ਦੇ ਨਾਲ ਪੁੱਛਣਾ ਕਰਦੀ ਹੈ। ਇਤ ਸ਼੍ਰੀ ਅਰਜਨ ਅਤ ਉਤਸਾਹਤ, ਮੰਗਤ ਕੋ ਦੇ ਦਰਬੇ ਅਪਾਰ। ਹੌਲੀ ਹੌਲੀ ਜੇ ਫਿਰ ਕਹਿੰਦੇ ਉਹ ਲੱਭਦੀ ਆ, ਪੁੱਛਦੀ ਫਿਰਦੀ ਆ ਵੀ ਕੋਈ ਐਸੀ ਇਸਤਰੀ ਲੱਭ ਜੇ। ਇਧਰ ਇਸ ਪ੍ਰਕਾਰ ਜੀ ਪ੍ਰਿਥੀਏ ਦੇ ਘਰ ਦੇ ਵਿੱਚ ਸਲਵ ਚਿਤ ਵਿਆ ਗਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧਨੀ ਸਤਿਗੁਰੂ, ਜਿਨ੍ਹਾਂ ਨੂੰ ਦੁਨਿਆਈ ਦੇ ਵਿੱਚ ਕੋਈ ਵੀ ਮਾਰਨ ਵਾਲਾ ਪੈਦਾ ਨਹੀਂ ਹੋਇਆ। ਭੂਤ ਭਵਿੱਖ ਵਰਤਮਾਨ ਤਿੰਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਆਪ ਪਰਮੇਸ਼ਰ ਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਨੇ ਵੱਡੇ ਵੱਡੇ ਸੂਰਮੇ ਅਖਵਾਉਣ ਵਾਲੇ ਕਾਲੇ ਖਾਂ ਵਰਗੇ, ਲਲੇ ਬੇਗ ਵਰਗੇ, ਕਾਬਲ ਬੇਗ ਵਰਗੇ ਤਲਵਾਰ ਦੇ ਇੱਕ ਇੱਕ ਬਾਰ ਦੇ ਵਿੱਚ ਜੰਜੂ ਚੀਰੇ ਪਾ ਕੇ ਵੱਢ ਕੇ ਸੁੱਟ ਦੇਣੇ ਕੀਤੇ ਵੱਡੇ ਵੱਡੇ ਪਠਾਨ। ਜਦ ਕਰਤਾਰਪੁਰੀ ਦੀ ਜੰਗ ਹੋਈ ਤੇ ਕਾਲੇ ਖਾਂ ਚੜ ਕੇ ਆਇਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਦਸਤ ਮੁਬਾਰਕ ਸ਼ਮਸ਼ੀਰ ਦੇ ਨਾਲ ਇੱਕੋ ਹੀ ਭਾਰੀ ਵਾਰ ਘੋੜੇ ਤੇ ਬੈਠੇ ਕਾਲੇ ਖਾਂ ਦੇ ਸੀਸ ਤੇ ਕੀਤਾ ਸੀ। ਤੇ ਗੁਰਦੇਵ ਮਹਾਰਾਜ ਜੀ ਨੇ ਕਾਲੇ ਖਾਂ ਨੂੰ ਘੋੜੇ ਤੇ ਬੈਠੇ ਨੂੰ ਸਮੇਤ ਉਹਦੇ ਸਰੀਰ ਦੇ ਉੱਪਰ ਉਹ ਸੋਹਣਾ ਕਵਚ ਵੱਡੀ ਸੰਜੋਗ ਪਹਿਨੀ ਸੀ। ਸੀਸ ਦੇ ਉੱਪਰ ਗੁਰਦੇਵ ਨੇ ਇੱਕ ਭਾਰੀ ਵਾਰ ਕੀਤਾ ਸਮੇਤ ਸੰਜੋਗ। ਕਾਲੇ ਖਾਂ ਪੂਰਾ ਚੀਰ ਦਿੱਤਾ, ਫਿਰ ਘੋੜੇ ਦੀ ਕਾਠੀ ਵੀ ਚੀਰ ਦਿੱਤੀ, ਘੋੜਾ ਵੀ ਵਿਚਾਲਿਓਂ ਵੱਢ ਦਿੱਤਾ। ਵੱਢ ਕਰਕੇ ਅੱਧਾ ਫੁੱਟ ਸ਼ਮਸ਼ੀਰ ਸਤਿਗੁਰਾਂ ਨੇ ਹੇਠਾਂ ਧਰਤੀ 'ਚ ਗੱਡ ਦਿੱਤੀ ਸੀ। ਐਸੇ ਮਹਾਬਲੀ ਯੋਧੇ ਆ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ। ਉਹਨਾਂ ਨੂੰ ਦੁਨਿਆਈ ਦੇ ਵਿੱਚ ਭਲਾ ਕੌਣ ਮਾਰ ਸਕਦਾ? ਉਹ ਤਾਂ ਸਾਰੀ ਜਗਤ ਨੂੰ ਰਚ ਕਰਕੇ ਪਾਲ ਕਰਕੇ ਫਿਰ ਵਿਨਾਸ਼ ਕਰ ਦੇਣ ਵਾਲੇ ਐਸੇ ਅਕਾਲ ਪੁਰਖ ਦਾ ਸਵਰੂਪ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਪਰ ਜਦੋਂ ਗੁਰਦੇਵ ਦਾ ਐਸਾ ਆਏ ਸਤਿਗੁਰਾਂ ਨੇ ਅਵਤਾਰ ਧਾਰਿਆ ਤੇ ਉਦੋਂ ਫਿਰ ਪ੍ਰਿਥੀਆ ਤੇ ਕਰਮ ਸਤਿਗੁਰਾਂ ਨੂੰ ਮਾਰਨ ਵਾਸਤੇ ਸਾਧ ਸੰਗਤ ਐਸੇ ਚਿੱਤ ਦੇ ਵਿੱਚ ਸਲ ਚਿੱਤ ਵਦੇ ਹਨ।
ਇਤ ਸ਼੍ਰੀ ਅਰਜਨ ਅਤ ਉਤਸਾਹਤ ਮੰਗਤ ਕੋ ਦੇ ਦਰਬੇ ਅਪਾਰ। ਸਾਧ ਸੰਗਤ ਇਧਰ ਗੁਰੂ ਘਰ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਿੱਤ 'ਚ ਬਹੁਤਾ ਚਾਉ ਹੈ, ਬਹੁਤਾ ਚਾਅ, ਬਹੁਤੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ। ਸਾਰੀ ਸੰਗਤ, ਸਾਰੇ ਸਿੱਖ ਸੇਵਕ ਬਹੁਤੇ ਖੁਸ਼ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ। ਲੰਬੇ ਸਮੇਂ ਬਾਅਦ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ, ਸਾਹਿਬਜ਼ਾਦੇ ਦੀ ਆਮਦ ਹੋਈ ਆ। ਬਹੁਤੀ ਖੁਸ਼ੀ ਮਜ਼ਾ ਮਨਾਈ ਜਾ ਰਹੀ ਹੈ। ਬਹੁਤੇ ਮੰਗ ਤੇ ਚੱਲ ਕੇ ਆਉਂਦੇ ਆ। ਗਰੀਬ ਨਵਾਜ ਸਤਿਗੁਰੂ ਜੀ ਮੰਗਤਿਆਂ ਨੂੰ ਬਹੁਤਾ ਮੂੰਹੋਂ ਮੰਗਿਆ ਦਾਨ ਬਖਸ਼ ਰਹੇ ਹਨ। ਸੁਨ ਸੁਨ ਦੂਰ ਦੂਰ ਤੇ ਆਵੇ ਲੈ ਕਰ ਗਮਨੇ ਸੁਜਾਸੇ ਉਚਾਰ। ਦੂਰੋਂ ਮੰਗਤੇ ਸੁਣ ਸੁਣ ਕਰਕੇ ਜਿੱਥੇ ਜਿੱਥੇ ਖਬਰ ਜਾਂਦੀ ਹੈ ਨਾ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਸਾਹਿਬਜ਼ਾਦੇ ਦਾ ਅਵਤਾਰ ਹੋਇਆ, ਬਹੁਤੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ, ਬਹੁਤੇ ਦਾਨ ਦਿੱਤੇ ਜਾ ਰਹੇ ਆ। ਦੂਰ ਦੂਰ ਤੱਕ ਮੰਗਤਿਆਂ ਨੂੰ ਜਿੱਥੇ ਜਿੱਥੇ ਖਬਰ ਲੱਗੀ ਕਹਿੰਦੇ ਮੰਗਤੇ ਦਾਨ ਦੇ ਲੈਣ ਵਾਸਤੇ ਚੱਲ ਕੇ ਆਉਂਦੇ ਆ। ਤੇ ਜਿੰਨੇ ਵੀ ਮੰਗਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰ ਤੇ ਚੱਲ ਕੇ ਆਉਂਦੇ ਆ, ਸਾਧ ਸੰਗਤ ਕੋਈ ਵੀ ਖਾਲੀ ਨਹੀਂ ਜਾਂਦਾ। ਫਿਰ ਉਹ ਸਾਰੇ ਝੋਲੀਆਂ ਭਰ ਕੇ ਲੈ ਕੇ ਜਾਂਦੇ ਆ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰ ਤੋਂ। ਫਿਰ ਜਸ ਕਰਦੇ ਆ, ਵਡਿਆਈਆਂ ਕਰਦੀਆਂ ਸਾਹਿਬ ਦੇ, ਫਿਰ ਵਾਪਸ ਜਾਂਦੇ ਹਨ। ਵੱਡੇ ਭਾਗ ਜੁਤ ਸੁਤ ਸ਼ੁਭ ਜਨਮਿਓ ਜੈ ਕੈ ਜਿਸ ਤੇ ਹੋਏ ਜੈਕਾਰ। ਮੰਗਤੇ ਦਾਨ ਲੈ ਕੇ ਮੰਗਰੋ ਅਸੀਸਾਂ ਦਿੰਦੇ ਆ ਨਾ। ਮੰਗਤਿਆਂ ਦਾ ਸੁਭਾਅ ਅੱਜ ਵੀ ਜੇ ਕੋਈ ਮੰਗਤਾ ਦਾਨ ਮੰਗਦਾ ਫਿਰ ਉਹ ਨਾਲ ਬਹੁਤੀਆਂ ਗੱਲਾਂ ਆਖਦਾ ਵੀ ਤੇਰਾ ਕਾਰਜ ਹੋ ਜੇ, ਤੂੰ ਬਾਹਰ ਚਲਿਆ ਜਾਵੇਂ, ਤੂੰ ਪੜ੍ਹ ਜੇ, ਐਸੀਆਂ ਅਸੀਸਾਂ ਦਿੰਦਾ। ਫਿਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮੰਗਤਿਆਂ ਨੂੰ ਬਹੁਤਾ ਦਾਨ ਦੇ ਦਿੰਦੇ ਆ, ਫਿਰ ਉਹ ਬਹੁਤੀਆਂ ਅਸੀਸਾਂ ਆਖਦੇ ਆ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਥਾਏ ਵੱਡੇ ਭਾਗ ਜਿਤ ਸੁਤ ਸੁਭ ਜਨਮਿਓ, ਆਪ ਜੀ ਦਾ ਪੁੱਤਰ ਵੱਡੇ ਭਾਗਾਂ ਵਾਲਾ ਉੱਤਮ ਪੁਰਸ਼ ਜਨਮਿਆ ਦੁਨਿਆਈ ਦੇ ਵਿੱਚ, ਜਿਹਦਾ ਜਿੱਥੇ ਕਿਥੇ ਸਾਰੇ ਸੰਸਾਰ ਦੇ ਵਿੱਚ ਬਹੁਤਾ ਜਸ ਹੋਊਗਾ, ਬਹੁਤੀ ਵਡਿਆਈ ਹੋਊਗੀ, ਸਾਰਾ ਜਗਤ ਜੈ ਜੈਕਾਰ ਕਰੇਗਾ। ਅਧਿਕ ਪ੍ਰਸੰਨ ਹੋਤ ਸੁਤ ਹੀਰਤ ਬਲਿਹਾਰੀ ਹੋਏ ਕਰਤ ਦੁਲਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਮਾਨਯੋਗ ਮਾਤਾ ਗੰਗਾ ਜੀ ਦੋਨੇ ਆਪਣੇ ਪੁੱਤਰ ਨੂੰ ਦੇਖ ਕਰਕੇ ਬਹੁਤੇ ਖੁਸ਼ ਹੁੰਦੇ ਆ, ਬਹੁਤ ਬਲਿਹਾਰ ਜਾਂਦੇ ਆ ਸੋਹਣੇ ਸਰੂਪ ਨੂੰ ਤੱਕ ਕਰਕੇ। ਤੇ ਫਿਰ ਨਾਲ ਹੀ ਕਹਿੰਦੇ ਬਹੁਤੇ ਦੁਲਾਰ ਲਾਡ ਕਰਦੇ ਆ, ਪ੍ਰੇਮ ਦੇ ਸਮੇਤ ਬਹੁਤੇ ਲਾਡ ਕਰਦੇ ਨੇ। ਸੁੰਗਤ ਮਸਤਕ ਪਰਮ ਪ੍ਰੇਮ ਤੇ। ਸੋ ਇਸ ਪ੍ਰਕਾਰ ਕਵੀ ਜੀ ਲਿਖਦੇ ਆ ਵੀ ਇਹ ਭਾਈ ਗੁਰੂ ਬਹੁਤਾ ਪ੍ਰੇਮ ਕਰਦੇ ਆ, ਪੁੱਤਰ ਦੇ ਮਸਤਕ ਨੂੰ ਚੁੰਮਦੇ ਆ, ਬਹੁਤੇ ਲਾਡ ਤੇ ਯਾਦ ਕਰਦੇ ਆ। ਬ੍ਰਿਧ ਕੋ ਲਖ ਹੈ ਮਹਾ ਉਪਕਾਰ। ਬਾਬਾ ਬੁੱਢਾ ਸਾਹਿਬ ਜੀ ਨੇ ਜਿਨ੍ਹਾਂ ਨੇ ਬਰ ਬਖਸ਼ਿਆ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪਣਾ ਸੇਵਕ ਹੈ, ਲੇਕਿਨ ਸੇਵਕ ਦੀ ਵਡਿਆਈ ਵਧਾਉਣ ਵਾਸਤੇ ਸਤਿਗੁਰਾਂ ਨੇ ਐਸਾ ਕੌਤਕ ਰਚਿਆ ਸੀ। ਨਹੀਂ ਸਾਰਾ ਜਗਤ ਆ ਕੇ ਸਤਿਗੁਰਾਂ ਪਾਸੋਂ ਪੁੱਤ ਮੰਗਦਾ ਤੇ ਸਤਿਗੁਰੂ ਜਿਹਨੂੰ ਸ੍ਰੀ ਮੁਖ ਤੋਂ ਕਹਿ ਦਿੰਦੇ ਆ ਉਹਨੂੰ ਸਾਰੀਆਂ ਨੌ ਨਿਧਾਂ ਮਿਲ ਜਾਂਦੀਆਂ, ਲੋਕ ਪਰਲੋਕ ਦੋਹਾਂ ਜਹਾਨਾਂ ਦਾ ਸੁੱਖ ਮਿਲਦਾ। ਸੇਵਕ ਦੀ ਵਡਿਆਈ ਵਧਾਉਣ ਵਾਸਤੇ ਸਤਿਗੁਰੂ ਆਪਣੇ ਸੇਵਕਾਂ ਦੀ ਵੀ ਵਡਿਆਈ ਕਰਾਉਂਦੇ ਆ ਨਾ। ਬਾਬਾ ਬੁੱਢਾ ਸਾਹਿਬ ਜੀ ਪਰਮ ਸੇਵਕ ਸੀ, ਜਿਨ੍ਹਾਂ ਨੇ 6 ਸਰੂਪਾਂ ਤੱਕ ਸੇਵਾ ਕੀਤੀ ਤੇ ਉਹਨਾਂ ਦੀ ਵਡਿਆਈ ਨੂੰ ਵਧਾਉਣ ਵਾਸਤੇ ਆਖਦੇ ਆ ਇਹ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਉਪਕਾਰ ਕੀਤਾ, ਸਾਡੇ ਤੇ ਬਹੁਤਾ ਤਰਸ ਕੀਤਾ। ਇਸ ਪ੍ਰਕਾਰ ਸਤਿਗੁਰੂ ਜੀ ਆਪਣੇ ਸੇਵਕ ਦੀ ਵੀ ਵਡਿਆਈ ਵਧਾਉਂਦੇ ਆ। ਸਾਧ ਸੰਗਤ, ਇਸ ਪ੍ਰਕਾਰ ਇਹ ਗੁਰੂ ਕੇ ਇਤਿਹਾਸ ਦਾ ਮਹਾਨ ਪ੍ਰਸੰਗ ਆਪਾਂ ਸਰਵਣ ਕੀਤਾ। 10ਵੇਂ ਪਾਸੋਂ ਪਾਵਨ ਗੁਰ ਇਤਿਹਾਸ ਵਾਚਦੇ ਆ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਦਾਸ ਖਿਮਾ ਦਾ ਜਾਚਕ ਹੈ। ਆਪ ਗੁਰੂ ਕੀ ਸੰਗਤ ਬਖਸ਼ਣਹਾਰ ਹੋ, ਅਣਜਾਣ ਚਾਕਰ ਜਾਣ ਕਰਕੇ ਬਖਸ਼ ਲੈਣਾ। ਅੱਗੇ ਤੋਂ ਸਰਬੱਤ ਮਾਈ ਭਾਈ ਸੰਗਤਾਂ ਨੇ ਅਸੀਸ ਬਖਸ਼ਿਸ਼ ਕਰਨੀ ਜੀ। ਸੇਵਕ ਦੀਆਂ ਹੋਈਆਂ ਭੁੱਲਾਂ ਨੂੰ ਅਣਜਾਣ ਸੇਵਕ ਜਾਣ ਮੁਆਫ ਕਰਨਾ, ਬਖਸ਼ ਲੈਣਾ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਆਪ ਸੰਗਤਾਂ ਨੇ ਬਖਸ਼ ਲੈਣਾ ਜੀ। ਸੇਵਕ ਨੂੰ ਅਸੀਸ ਬਖਸ਼ਿਸ਼ ਕਰਨੀ। ਸੋ ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ, ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਏ ਪਾਰ ਬ੍ਰਹਮ ਅਬਿਨਾਸੀ ਅਗਨਾਸ, ਏ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ, ਏ
ਨਿਸੰਗੀ ਨਿਰੰਕਾਰ, ਕਾਰ ਏ ਨਿਰਗੁਣ ਗੁਣ ਸਭ ਟੇਕ